ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਇੰਦਰਾਨ ਇੰਦਰ ਬਾਲਾਨ ਬਾਲ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਸ਼ਰਵਣ ਕਰਦੇ ਆ ਰਹੇ ਹੋ। ਮੱਧ ਭਾਰ ਛੰਦ ਅੰਦਰ ਕਲਗੀਧਰ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਦੇ ਤਕਰੀਬਨ 99 ਪੌੜੀਆਂ ਹੋ ਚੁੱਕੀਆਂ ਨੇ। ਸ੍ਰੀ ਵਾਹਿਗੁਰੂ ਅੰਤਰਜਾਮੀ ਜੋਤੀ ਸਰੂਪ ਪਰਮੇਸ਼ਰ ਦੀ ਉਸਤਤ ਕਰਦੇ ਹੋਏ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਆਓ ਇਸ ਸਮੇਂ ਸਤ ਸੰਗਤ ਦਾ ਸੁਭਾਗ ਨਾਮ ਰਸੀਏ, ਸੇਵਾ ਸਿਮਰਨ ਦੇ ਪੁੰਜ ਮਹਾਂਪੁਰਸ਼ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਵਿੱਤਰ ਸਥਾਨ ਔਰ ਬਾਣੀ ਗੁਰੂ ਗੁਰੂ ਹੈ ਬਾਣੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਹਾਜ਼ਰ ਨਾਜ਼ਰ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਇਹ ਸਤ ਸੰਗਤ ਦਾ ਸੁਭਾਗ ਬਣਿਆ ਹੈ। ਸਤ ਸੰਗਤ ਕਰਨ ਦਾ ਬੜਾ ਵੱਡਾ ਲਾਭ ਧਾਰਮਿਕ ਗ੍ਰੰਥਾਂ ਦੇ ਵਿੱਚ ਦੱਸਿਆ ਹੈ, ਗੁਰਬਾਣੀ ਦੇ ਵਿੱਚ ਵੀ ਦੱਸਿਆ ਹੈ। ਸਤ ਸੰਗਤ ਦਾ ਪਹਿਲਾ ਲਾਭ ਇਹ ਹੈ ਕਿ ਸਤਿਗੁਰੂ ਦੇ ਕੌਤਕਾਂ ਉੱਤੇ, ਪਰਮਾਤਮਾ ਦੇ ਕੌਤਕਾਂ ਉੱਤੇ ਜਾਂ ਪਰਮਾਤਮਾ ਦੇ ਪਿਆਰੇ ਅਵਤਾਰਾਂ ਦੇ ਕੌਤਕਾਂ ਉੱਤੇ ਸ਼ਰਧਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ।
ਨਹੀਂ ਤੇ ਹੋ ਸਕਦਾ ਹੈ ਵੀ ਜਿਹਨੇ ਇੱਕ ਪੱਖ ਦੇਖਿਆ ਹੋਵੇ ਉਹਦੀ ਦੂਸਰੇ ਪੱਖ ਤੇ ਸ਼ਰਧਾ ਟੁੱਟ ਜਾਂਦੀ ਹੈ। ਜਿਹਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪਹਿਲਾ ਪੱਖ ਹੀ ਦੇਖਿਆ ਹੋਵੇਗਾ ਕਿ ਮੱਝਾਂ ਚਾਰਦੇ ਨੇ, ਸ਼ਾਮ ਨੂੰ ਘਰ ਲੈ ਆਉਂਦੇ ਨੇ, ਉਹ ਜਦੋਂ ਦੂਸਰਾ ਪੱਖ ਦੇਖੇਗਾ ਇਹ ਤਾਂ ਹੁਣ ਸੁਲਤਾਨਪੁਰ ਸਾਹਿਬ ਦੇ ਵਿੱਚ ਹੱਟੀ ਕਰਦੇ ਨੇ, ਦੁਕਾਨ ਚਲਾਉਂਦੇ ਨੇ, ਤਾਂ ਉਹਦੇ ਗੱਲ ਸਮਝ ਜਿਹਦੇ ਵਿੱਚ ਨਹੀਂ ਆਵੇਗੀ ਵੀ ਕੱਲ ਤਾਂ ਇਹ ਮਹਾਂਪੁਰਸ਼, ਇਹ ਅਵਤਾਰੀ ਪੁਰਸ਼, ਇਹ ਆਪ ਨਾਰਾਇਣ, ਇਹ ਮਹਾਤਮਾ ਸੰਤ ਲੋਕ ਮੱਝਾਂ ਚਾਰਦੇ ਸੀ, ਰੱਬ ਦਾ ਨਾਂ ਜਪਦੇ ਸੀ, ਅੱਜ ਇਹ ਕਿਹੜੇ ਰੱਟੇ ਨੂੰ ਫੜੇ ਗਏ ਦੁਕਾਨ ਕਰਨ ਲੱਗ ਪਏ ਹਨ। ਹੁਣ ਜਿੰਨੇ ਮਹਾਰਾਜ ਜੀ ਨੂੰ ਸੁਲਤਾਨਪੁਰ ਸਾਹਿਬ ਦੀਆਂ ਮੜੀਆਂ ਦੇ ਵਿੱਚ ਇਕਾਂਤ ਵਿੱਚ ਬੰਦਗੀ ਕਰਦੇ ਦੇਖਿਆ ਹੋਊਗਾ, ਉਹਨੂੰ ਮਹਾਰਾਜ ਦਾ ਵਿਆਹ ਪਸੰਦ ਹੀ ਨਹੀਂ ਆਉਣਾ। ਉਹਨੇ ਸੋਚਣਾ ਚੰਗੀ ਭਲੀ ਬੰਦਗੀ ਕਰਦੇ ਸੀ, ਭਗਤੀ ਕਰਦੇ ਸੀ, ਫਿਰ ਮਹਾਰਾਜ ਦਾ ਵਿਆਹ ਹੋ ਗਿਆ ਔਰ ਫਿਰ ਉਹਨਾਂ ਦੇ ਦੋ ਸਾਹਿਬਜ਼ਾਦੇ ਵੀ ਹੋਏ, ਧੰਨ ਬਾਬਾ ਸ੍ਰੀ ਚੰਦ, ਧੰਨ ਬਾਬਾ ਲਖਮੀ ਚੰਦ। ਅੱਛਾ, ਫਿਰ ਸਾਰਾ ਕੁਝ ਹੀ ਛੱਡ ਕੇ, ਬੱਚੇ ਛੱਡ ਕੇ, ਘਰ ਛੱਡ ਕੇ, ਹੱਟੀ ਛੱਡ ਕੇ, ਫਿਰ ਭੰਗਵੇਂ ਰੰਗ ਦੇ ਕੱਪੜੇ ਪਾ ਕੇ ਉਦਾਸੀ ਧਾਰਨ ਕਰ ਲਈ, ਯਾਤਰਾ ਕਰਨੀਆਂ ਸ਼ੁਰੂ ਕਰਤੀ। ਤਾਂ ਮਹਾਰਾਜ ਦੇ ਜੀਵਨ ਦੇ ਵਿੱਚ ਕਿੰਨੇ ਪੱਖ ਚੱਲਦੇ ਆ। ਕਦੀ ਉਹ ਮੱਝਾਂ ਚਾਰਦੇ ਨੇ, ਕਦੀ ਉਹ ਦੁਕਾਨ ਕਰਦੇ ਨੇ, ਕਦੀ ਉਹ ਭਗਤੀ ਕਰਦੇ ਨੇ, ਕਦੀ ਉਹਨਾਂ ਦਾ ਵਿਆਹ ਹੁੰਦਾ ਹੈ, ਕਦੀ ਉਹ ਯਾਤਰਾ 'ਤੇ ਜਾਂਦੇ ਨੇ। ਅਤੇ ਕਮਾਲ ਦੀ ਗੱਲ ਹੈ, ਕਈ ਵਾਰੀ ਉਹ ਫਿਰ ਹਰ ਰੋਜ਼ ਨਿਤਨੇਮ ਅਨੁਸਾਰ ਕੀਰਤਨ ਕਰਦੇ ਨੇ ਔਰ ਫਿਰ ਸਾਰਾ ਕੁਝ ਛੱਡ ਕੇ ਉਹ ਜਿਹੜੇ ਭੰਗਵੇਂ ਰੰਗ ਦੇ ਕੱਪੜੇ ਸੀ ਉਹ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਦੇ ਕੇ ਆਪ ਫਿਰ ਸੰਸਾਰੀਆਂ ਵਾਲੇ ਕੱਪੜੇ ਪਾ ਕੇ ਹੁਣ ਉਹ ਖੇਤੀ ਕਰਦੇ ਪਏ ਨੇ। ਤਾਂ ਇੱਕ ਜ਼ਿੰਦਗੀ ਦੇ ਵਿੱਚ ਇੰਨੇ ਕੌਤਕ, ਫਿਰ ਉਹ ਸੇਲੀ ਪਹਿਨਦੇ ਨੇ, ਟੋਪੀ ਪਹਿਨਦੇ ਨੇ, ਤੇ ਦੂਸਰੇ ਜਾਮੇ ਦੇ ਵਿੱਚ ਜਿਵੇਂ ਛੇਵੇਂ ਸਤਿਗੁਰੂ, ਸੱਤਵੇਂ ਸਤਿਗੁਰੂ, ਤਾਂ ਛੇਵੇਂ ਪਾਤਸ਼ਾਹ ਦਸਤਾਰ ਸਜਾਉਂਦੇ ਨੇ, ਸਿਰ ਤੇ ਕਲਗੀ ਸਜਾਉਂਦੇ ਨੇ, ਗਾਤਰੇ ਸ੍ਰੀ ਸਾਹਿਬ ਪਾਉਂਦੇ ਨੇ। ਤਾਂ ਜਿੰਨੇ ਹੁਣ ਇੰਨੇ ਪੱਖ ਵੇਖੇ ਉਹਦੀ ਕਈ ਵਾਰੀ ਸ਼ਰਧਾ ਜਿਹੜੀ ਹੈ ਫਿਰ ਉਹ ਡੋਲ ਜਾਂਦੀ ਹੈ, ਕਿਉਂਕਿ ਹਰ ਬੰਦਾ ਉਹਨੂੰ ਇੱਕ ਅੱਧਾ ਪੱਖ ਹੀ ਪਸੰਦ ਆਉਂਦਾ ਹੁੰਦਾ, ਬਾਕੀ ਪੱਖ ਨਹੀਂ ਉਹਨੂੰ ਪਸੰਦ ਆਉਂਦੇ। ਤਾਂ ਸਤ ਸੰਗਤ ਦਾ ਲਾਭ ਇਹ ਹੈ ਵੀ ਜਿਹੜੇ ਸਤਸੰਗ 'ਚ ਬਹਿੰਦੇ ਨੇ ਉਹਨਾਂ ਨੂੰ ਪਰਮਾਤਮਾ ਦੀ ਲੀਲਾ ਉੱਤੇ, ਕੌਤਕਾਂ ਉੱਤੇ, ਪਰਮਾਤਮਾ ਦੇ ਪਿਆਰੇ ਅਵਤਾਰਾਂ ਉੱਤੇ, ਮਹਾਂਪੁਰਸ਼ਾਂ ਦੇ ਕੌਤਕਾਂ ਉੱਤੇ ਸ਼ਰਧਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਦੂਜਾ ਜਿਹੜਾ ਸਤਸੰਗ ਦਾ ਲਾਭ ਮੰਨਿਆ ਗਿਆ ਹੈ, ਇੱਕ ਸੰਸਕ੍ਰਿਤ ਦਾ ਸ਼ਲੋਕ ਆਉਂਦਾ, ਕ੍ਰਿਆ ਸਿੱਧੀ ਸਤਵੇ ਭਵਤੀ ਮਹਤਾਮ ਨੋਪਕਰਣੇ। ਕ੍ਰਿਆ ਦੀ ਸਿੱਧੀ ਸਤਵ ਕਰਕੇ ਹੁੰਦੀ ਆ, ਨਾ ਕਿ ਕਿਸੇ ਉਪਕਰਨ ਕਰਕੇ। ਫਿਰ ਬੇਨਤੀ ਕਰਾਂ, ਕ੍ਰਿਆ ਸਿੱਧੀ ਸਤਵੇ ਭਵਤੀ ਨੋਪਕਰਣੇ ਮਹਤਾਮ ਨੋਪਕਰਣੇ। ਇਹਦਾ ਅਰਥ ਇਹ ਬਣਦਾ ਵੀ ਕੰਮ ਦੀ ਸਫਲਤਾ, ਜਿਹੜੇ ਵੀ ਕੰਮ ਨੂੰ ਤੁਸੀਂ ਹੱਥ ਪਾਉਨੇ ਆ, ਉਹਦੀ ਜਿਹੜੀ ਸਫਲਤਾ ਹੈ ਉਹ ਸਤਵ ਕਰਕੇ ਹੁੰਦੀ ਆ, ਨਾ ਕਿ ਸਮਗਰੀ ਕਰਕੇ। ਮੰਨ ਲਓ ਤੁਹਾਡੇ ਤੋਂ ਬੰਦੇ ਬਹੁਤ ਆ, ਤਾਂ ਭਾਈ ਗੁਰੂ ਦੀ ਇੱਕ ਲਾਈਨ ਹੈ, ਉਹ ਕਹਿੰਦੇ ਨੇ ਵੀ ਕੰਮ ਦੀ ਸਫਲਤਾ ਸਤਵ ਤੇ ਖੜੀ ਹੈ, ਨਾ ਕਿ ਤੁਹਾਡੀ ਸਮਗਰੀ ਉੱਤੇ, ਵੀ ਤੁਹਾਡੇ ਤੋਂ ਪੈਸੇ ਕਿੰਨੇ ਆ, ਤੁਹਾਡੇ ਤੋਂ ਬੰਦੇ ਕਿੰਨੇ ਆ, ਇਹਨਾਂ ਗੱਲਾਂ ਤੇ ਨਹੀਂ ਕੰਮ ਦੀ ਸਫਲਤਾ ਹੁੰਦੀ। ਹੁਣ ਸਤਵ ਦਾ ਅਰਥ ਕੀ ਕਰਦੇ ਆ, ਸੱਤ ਦਾ ਅਰਥ ਕੀ ਕਰਦੇ ਆ? ਸੱਤ ਦਾ ਅਰਥ ਅੱਜ ਤੱਕ ਵਿਦਵਾਨਾਂ ਨੇ ਸੱਤ ਦਾ ਅਰਥ ਸਤੋਗੁਣ ਕੀਤਾ, ਪਰ ਇੱਥੇ ਤਾਂ ਇਹ ਅਰਥ ਬਣਦਾ ਨਹੀਂ ਵੀ ਸਤੋਗੁਣ ਹੋਵੇ ਤੇ ਫੇਰ ਹੀ ਸਫਲਤਾ ਮਿਲਦੀ ਆ। ਸਤੋਗੁਣ ਵਾਲੇ ਤੇ ਛੇਤੀ ਕੀਤੇ ਕੰਮ ਨੂੰ ਹੱਥ ਪਾਉਂਦੇ ਨਹੀਂ, ਉਹ ਤਾਂ ਆਪਦਾ ਚੌਂਗੜਾ ਮਾਰ ਕੇ ਬਲ ਉੱਤੇ ਲੜੇ ਜਾਂਦੇ ਆ, ਫੌਜਾਂ ਦੀ ਤਾਕਤ ਉੱਤੇ ਨਹੀਂ, ਸਮਾਨ ਉੱਤੇ ਨਹੀਂ ਲੜੇ ਜਾਂਦੇ। ਤਾਂ ਕਾਰਜ ਦੀ ਸਿੱਧੀ ਸਤਵ ਤੇ ਖਲੋਤੀ। ਉਤਸ਼ਾਹ ਕਿੰਨਾ ਕੁ, ਸਤ ਸੰਗਤ ਦੇ ਵਿੱਚੋਂ ਉਤਸ਼ਾਹ ਪ੍ਰਾਪਤ ਹੁੰਦਾ, ਜਿਹੜੀ ਦੂਜੀ ਚੀਜ਼ ਪ੍ਰਾਪਤ ਹੁੰਦੀ, ਜਿਹਨੂੰ ਅਸੀਂ ਆਤਮ ਬਲ ਵੀ ਕਹਿ ਦਿੰਦੇ ਹਾਂ। ਹੁਣ ਆਤਮ ਬਲ ਦੀ ਜੇ ਪਰਖ ਕਰਨੀ ਹੋਵੇ, ਸਾਡੇ ਸਿੱਖਾਂ ਦੇ ਜਿਹੜੇ ਪਰਿਵਾਰ ਨੇ, ਜਿਹੜੇ ਬੱਚੇ ਨੇ, ਉਹਨਾਂ ਨੂੰ ਜੇ ਪੁੱਛਿਆ ਜਾਵੇ ਵੀ ਤੂੰ ਸਿਰ ਮੂੰਹ ਮਨਾਤਾ ਕਿਹੜੀ ਗੱਲੋਂ, ਤਾਂ ਉਹਦੇ ਮਾਪੇ ਫਿਰ
ਵਿਆਖਿਆ ਕਰਨ ਲੱਗ ਪੈਂਦੇ। ਇਹਦੇ ਨਾਲ ਦੇ ਜਿਹੜੇ ਬੱਚੇ ਪੜ੍ਹਦੇ ਸੀ ਉਹ ਫਿਰ ਇੱਦਾਂ ਦੇ ਸੀ ਸਾਰੇ, ਉਹਨਾਂ ਦਾ ਫਿਰ ਅਸਰ ਪੈ ਗਿਆ ਇਹਦੇ ਤੇ। ਇਹਨੇ ਫਿਰ ਉਹਨਾਂ ਦੀ ਸੰਗਤ ਵਿੱਚ ਅਸਰ ਕਬੂਲ ਕਰਕੇ ਕੇਸ ਘਟਾ ਲਏ। ਉਹ ਫਿਰ ਏਡੀ ਲੰਮੀ ਚੌੜੀ ਕਥਾ ਸੁਣਾਉਂਦੇ ਨੇ, ਵਿਆਖਿਆ ਕਰਕੇ ਆਪਦੇ ਮੁੰਡੇ ਨੂੰ ਫਿਰ ਸਹੀ ਸਾਬਤ ਕਰਦੇ। ਤਾਂ ਉੱਥੋਂ ਪਤਾ ਲੱਗਦਾ ਵਾ ਕਿ ਉਹ ਜਿਹੜਾ ਬੱਚਾ ਵਾ ਉਹਦੇ 'ਚ ਆਤਮ ਬਲ ਦੀ ਕਮੀ ਸੀ। ਉਹਨੇ ਨਾਲ ਦੇ 10 ਬੱਚਿਆਂ ਦਾ ਅਸਰ ਕਬੂਲ ਲਿਆ। ਇੱਥੋਂ ਆਤਮ ਬਲ ਦਾ ਪਤਾ ਲੱਗਦਾ। ਮੰਨ ਲਓ ਕੋਈ ਵਿਵੇਕੀ ਸਿੰਘ ਆ, ਉਹ ਵਿਵੇਕ ਰੱਖਦਾ ਹੈ, ਬਾਹਰੋਂ ਖਾਂਦਾ ਪੀਂਦਾ ਨਹੀਂ ਹੈ, ਉਹ ਕੋਈ ਸਾਹਮਣੇ ਚੀਜ਼ ਪਕੌੜੇ ਚੰਗੇ ਬਣੇ ਹੋਣ ਉਹਦੇ ਜ਼ੁਬਾਨ ਤੇ ਪਾਣੀ ਆ ਜੇ, ਤਾਂ ਇਹਦਾ ਮਤਲਬ ਕੀ ਹੈ ਵੀ ਆਤਮ ਬਲ ਜਿਹੜਾ ਸੀ ਉਹ 'ਚ ਕਮੀ ਆ ਗਈ। ਹੁਣ ਜਦੋਂ ਜ਼ੁਬਾਨ ਤੇ ਪਾਣੀ ਆ ਹੀ ਗਿਆ ਵਾ ਤੇ 5-7 ਨੇ ਆਖਿਆ ਵੀ ਖਾ ਲਾ, ਕੋਈ ਨਹੀਂ, ਅੰਮ੍ਰਿਤਧਾਰੀ ਹਲਵਾਈ ਆ, ਕੀ ਆ, ਦੱਸ ਐਵੇਂ ਤੂੰ ਵਹਿਮ ਕਰੀ ਜਾਂਦਾ। ਤਾਂ ਉਹਨੇ ਚੁੱਪ ਕਰਕੇ ਖਾ ਲੇ। ਤਾਂ ਜੇ ਉਹ ਡੋਲ ਗਿਆ, ਖਾ ਗਿਆ, ਤਾਂ ਇਹਦਾ ਮਤਲਬ ਵੀ ਇਹਦੇ ਆਤਮ ਬਲ 'ਚ ਅਜੇ ਕਮੀ ਆ, ਇਹਦਾ ਆਤਮ ਬਲ ਜਿਹੜਾ ਹਿੱਲ ਗਿਆ। ਇਸੇ ਤਰ੍ਹਾਂ ਸਾਧੂਆਂ ਦੇ ਵਿੱਚ ਵੀ ਆਤਮ ਬਲ ਜਿਹੜਾ ਵਾ ਉਹ ਪਰਖ ਕੀਤੀ ਜਾਂਦੀ ਆ। ਜਿਵੇਂ ਆਪਣੇ, ਜਾਂ ਫਿਰ ਦੁਨਿਆਵੀ ਉਦਾਹਰਣ ਇੱਕ ਹੋਰ ਬੇਨਤੀ ਕਰਾਂ ਵੀ ਕਿਸੇ ਬੰਦੇ ਨੇ ਸਹੁੰ ਪਾਤੀ ਵੀ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ। ਉਹ ਜਦੋਂ ਉਹਨੇ ਸਹੁੰ ਪਾਤੀ ਵੀ ਸ਼ਰਾਬ ਨਹੀਂ ਪੀਣੀ, ਤੇ ਅੰਦਰੋਂ ਤਾਂ ਵਿਚਾਰਾ ਐਡਾ ਮਜ਼ਬੂਤ ਨਹੀਂ ਸੀ, ਪਰ ਘਰ ਵਾਲੀ ਦੇ ਨਿੱਤ ਦੇ ਮਿਹਣਿਆਂ ਤੋਂ ਤੰਗ ਹੋਇਆ, ਦੁਖੀ ਹੋਇਆ, ਬੇਇੱਜ਼ਤੀ ਕਿਹੜਾ ਕਰਾਵੇ ਰੋਜ਼ ਰੋਜ਼, ਔਰ ਗਵਾਂਢੀਆਂ ਦੇ ਮਿਹਣਿਆਂ ਤੋਂ ਦੁਖੀ ਹੋਇਆ, ਸਿਆਣੇ ਬੰਦਿਆਂ ਦੇ ਮਿਹਣਿਆਂ ਤੋਂ ਦੁਖੀ ਹੋਇਆ। ਉਹ ਗੁਰਦੁਆਰੇ ਨਿਸ਼ਾਨਾ ਸਾਹਿਬਾਂ ਤੇ ਜਾ ਕੇ ਸਹੁੰ ਪਾਇਆ ਵੀ ਅੱਜ ਤੋਂ ਬਾਅਦ ਨਹੀਂ ਪੀਣੀ। ਪਰ ਜਦੋਂ ਨਾਲ ਦੇ 5-7 ਬੰਦੇ ਉਹਦੇ ਇਕੱਠੇ ਹੋਏ, ਉਹਨਾਂ ਆਖਿਆ ਵੀ ਕੋਈ ਨਹੀਂ, ਸਹੁੰ ਦਾ ਕੀ ਆ, ਕੱਲ ਨੂੰ ਫੇਰ ਪਾ ਲਾਂਗੇ, ਜਾਂ ਪਰਸੋਂ ਤੋਂ ਸਹੁੰ ਸ਼ੁਰੂ ਕਰ ਲਾਂਗੇ, ਅੱਜ ਪੀ ਲਾ ਤੂੰ। ਤਾਂ ਉਹਨਾਂ ਦੇ ਕਹਿਣ ਤੇ ਫਿਰ ਉਹਨੇ ਪੀ ਲਈ। ਇਹਦਾ ਮਤਲਬ ਕੀ ਹੈ ਵੀ ਉਹਦੇ ਆਤਮ ਬਲ ਦੇ ਵਿੱਚ ਕਮੀ ਹੈ। ਤਾਂ ਸੰਗਤ ਦੇ ਵਿੱਚੋਂ ਆਤਮ ਬਲ ਦੀ ਪ੍ਰਾਪਤੀ ਹੁੰਦੀ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੰਗਲਾਦੀਪ ਗਏ, ਜਿਹੜੇ ਉੱਥੋਂ ਦੇ ਰਾਜਾ ਜੀ ਸਨ ਸ਼ਿਵਨਾਭ ਜੀ, ਬੜੇ ਚੰਗੇ ਧਰਮਾਤਮਾ ਲੋਕ ਸਨ। ਮਾਇਆ ਦੀ ਕਮੀ ਨਹੀਂ ਸੀ, ਦੁਨਿਆਵੀ ਸੁੱਖਾਂ ਦੀ ਕਮੀ ਨਹੀਂ ਸੀ। ਮਾਇਆ ਦੀ ਕਮੀ ਨਾ ਹੋਣ ਕਰਕੇ, ਦੁਨਿਆਵੀ ਸੁੱਖਾਂ ਦੀ ਕਮੀ ਨਾ ਹੋਣ ਕਰਕੇ ਉਹਨਾਂ ਦੇ ਅੰਦਰ ਇਹ ਇੱਛਾ ਪੈਦਾ ਹੋਈ ਵੀ ਜਿਹੜਾ ਅਸਲੀ ਸੁੱਖ ਹੈ ਉਹਨੂੰ ਪ੍ਰਾਪਤ ਕਰੀਏ। ਵੀ ਇਹ ਦੁਨਿਆਵੀ ਸੁੱਖ ਤਾਂ ਸਾਰੇ ਮਹਾਰਾਜ ਨੇ ਕਿਰਪਾ ਕਰਕੇ ਵਿਖਾ ਦਿੱਤੇ ਹਨ। ਤਾਂ ਜਦੋਂ ਉਹਨਾਂ ਦੇ ਮਨ 'ਚ ਇਹ ਭਾਵਨਾ ਪੈਦਾ ਹੋਈ ਤਾਂ ਪਰਮੇਸ਼ਰ ਜੈਸੀ ਭੂਖ ਤੈਸੀ ਕਾ ਪੂਰਕ, ਪਰਮੇਸ਼ਰ ਨੇ ਕਿਰਪਾ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਗੁਰਸਿੱਖ ਮਹਾਂਪੁਰਸ਼ ਨਾਲ ਉਹਨਾਂ ਦਾ ਮਿਲਾਪ ਹੋਇਆ। ਤਾਂ ਉਹਨਾਂ ਦੇ ਅੰਦਰ ਫਿਰ ਪ੍ਰੇਮ ਪੈਦਾ ਹੋਇਆ ਵੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਰੀਏ। ਤਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਦੋਂ ਸਾਰੇ ਸੰਸਾਰ ਦੇ ਹੋਰ ਸਾਧੂਆਂ ਨੂੰ ਪਤਾ ਲੱਗਾ ਵੀ ਜਿਹੜਾ ਰਾਜਾ ਸ਼ਿਵਨਾਭ ਆ ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰੇਮੀ ਬਣ ਗਿਆ, ਪਰ ਉਹਨੇ ਵੇਖਿਆ ਨਹੀਂ ਵੀ ਗੁਰੂ ਨਾਨਕ ਦੇਵ ਸਾਹਿਬ ਇੱਦਾਂ ਦੇ ਆ, ਉਹਨਾਂ ਦਾ ਚਿਹਰਾ ਇੱਦਾਂ ਦਾ ਹੈ। ਤਾਂ ਉਹ ਸਾਰੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਣ ਕੇ ਰਾਜੇ ਸ਼ਿਵਨਾਭ ਨੂੰ ਲੁੱਟਣ ਤੁਰ ਪਏ ਵੀ ਚਲੋ ਜਿੰਨਾ ਲੁੱਟ ਸਕਦੇ ਲੁੱਟ ਲਓ, ਜਿੰਨੀ ਸੇਵਾ ਕਰਾ ਸਕਦੇ ਕਰਵਾਓ, ਇਹਨੂੰ ਕਿਹੜਾ ਪਤਾ ਲੱਗਣਾ ਵੀ ਇਹ ਗੁਰੂ ਨਾਨਕ ਦੇਵ ਸਾਹਿਬ ਆ ਕਿ ਹੋਰ ਆ ਕੋਈ। ਤਾਂ ਰਾਜਾ ਸ਼ਿਵਨਾਭ ਇਹੋ ਜਿਹੇ ਪਖੰਡੀ ਸਾਧਾਂ ਤੋਂ ਦੁਖੀ ਹੋ ਗਿਆ। ਤਾਂ ਉਹਨਾਂ ਨੇ ਪਰਖ ਕਰਨ ਵਾਸਤੇ ਇੱਕ ਸੋਹਣਾ ਬਾਗ ਰਚਿਆ, ਤੇ ਪਰਖ ਦੀਆਂ ਕਈ ਉਹਨਾਂ ਨੇ ਵਿੱਚ ਵਸਤੂਆਂ ਪਾਈਆਂ, ਜਿਵੇਂ ਸੋਹਣੇ ਕੱਪੜੇ, ਔਰ ਜਾਂ ਬੰਦਾ ਤਿਲਕਦਾ ਜ਼ੁਬਾਨ ਤੋਂ, ਸੋਹਣੇ ਖਾਣੇ ਉਹਨਾਂ ਨੇ ਪੇਸ਼ ਕਰਨੇ ਜਾਂ ਕੱਪੜੇ ਪੇਸ਼ ਕਰਦੇ, ਭੋਗ ਸਮੱਗਰੀ ਪੇਸ਼ ਕਰਨੀ। ਤੇ ਅਖੀਰਲੀ ਪਰਖ ਉਹਨੇ ਜਿਹੜੀਆਂ ਸੰਗਤ ਤੋਂ ਦਾਸ ਮਾਫੀ ਮੰਗੇ ਵੀ ਇਹ ਗੱਲ ਹੁਣ ਸਾਖੀ ਚਾਹੁੰਦੀ ਆ ਤਾਂ ਕਰਨ ਲੱਗਾ ਕਿ ਅਖੀਰ ਤੇ ਉਹਨੇ ਸੋਹਣੀਆਂ ਇਸਤਰੀਆਂ ਭੇਜਣੀਆਂ ਜਿਨ੍ਹਾਂ ਦਾ ਰੂਪ ਬੜਾ ਸੋਹਣਾ ਸੀ ਵੀ ਦੇਖ ਕੇ ਡੋਲਦਾ ਕਿ ਨਹੀਂ। ਤਾਂ ਇਦਾਂ ਕੋਈ ਸਾਧੂ ਕਿਸੇ ਪਰਖ 'ਚੋਂ ਪਾਸ ਹੋਣਾ, ਕੋਈ ਕਿਸੇ 'ਚੋਂ ਪਾਸ ਹੋਣਾ, ਪਰ ਅਖੀਰ ਤੇ ਜਾ ਕੇ ਮੋਹਣੀ ਮੁਖ ਮਣੀ ਸੋਹੈ, ਉੱਥੇ ਜਾ ਕੇ ਫਿਰ ਉਹਨਾਂ ਡੋਲ ਜਾਣਾ। ਤਾਂ ਇਦਾਂ ਜਿੰਨੇ ਸਾਧ ਗੁਰੂ ਨਾਨਕ ਦੇਵ ਸਾਹਿਬ ਬਣ ਕੇ ਗਏ ਸਾਰੇ ਫਿਰ ਡੋਲ ਗਏ, ਪ੍ਰੀਖਿਆ ਦੇ ਵਿੱਚੋਂ ਪਾਸ ਨਹੀਂ ਹੋਏ। ਤਾਂ ਰਾਜੇ ਸ਼ਿਵਨਾਭ ਨੇ ਦੇਖਿਆ ਵੀ ਇਹਨਾਂ ਦਾ ਆਤਮ ਬਲ
ਉਹਨਾਂ ਨਹੀਂ ਆ ਵੀ ਜਿਹੜਾ ਕਲਯੁਗ ਦੀ ਮਾਰ ਤੋਂ ਬਚ ਸਕਣ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਹੀਂ ਹਨ। ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਏ ਤਾਂ ਮਹਾਰਾਜ ਦੀ ਵੀ ਫਿਰ ਉਸੇ ਤਰ੍ਹਾਂ ਹੀ ਪਰਖ ਕੀਤੀ ਗਈ। ਸੁੱਕਾ ਬਾਗ ਜਿਹੜਾ ਸੀ ਉਹ ਹਰਿਆ ਹੋਇਆ, ਹੋਰ ਵੀ ਮਹਾਰਾਜ ਦੀਆਂ ਪਰਖਾਂ ਹੋਈਆਂ। ਅਖੀਰ ਤੇ ਫਿਰ ਜਿਹੜੀਆਂ ਸੋਹਣੇ ਰੂਪ ਵਾਲੀਆਂ ਔਰਤਾਂ ਸਨ ਉਹ ਭੇਜੀਆਂ। ਤਾਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ। ਕੀ ਆਖਿਆ ਵੀ ਗਾਸ਼ੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੋਤ ਸਵਾਰ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਇਹ ਬਚਨ ਕੀਤਾ ਵੀ ਹੇ ਪੁੱਤਰੀਓ, ਤੁਸੀਂ ਚਲੇ ਜਾਓ, ਜਾ ਕੇ ਆਪਦੇ ਘਰ ਵਾਲਿਆਂ ਦੀ ਸੇਵਾ ਕਰੋ, ਪਰਿਵਾਰ ਦੀ ਸੇਵਾ ਕਰੋ। ਅਸੀਂ ਇਸ ਚੀਜ਼ ਦੇ ਗਾਹਕ ਨਹੀਂ ਹਾਂ, ਇੱਥੇ ਇਹੋ ਜਿਹੀ ਚੀਜ਼ ਵਿਖਾਉਣ ਦੀ ਕੋਈ ਲੋੜ ਨਹੀਂ, ਅਸਰ ਪਾਉਣ ਦੀ ਕੋਈ ਲੋੜ ਨਹੀਂ, ਰੱਬ ਦਾ ਨਾਂ ਲਓ। ਹੁਣ ਜਦੋਂ ਉਹਨਾਂ ਦੇ ਮੂੰਹੋਂ ਪੁੱਤਰੀ ਸ਼ਬਦ ਨਿਕਲਿਆ ਤਾਂ ਉਹ ਜਿਹੜੀਆਂ ਬੀਬੀਆਂ ਸੀ ਮਹਾਰਾਜ ਨੂੰ ਮੋਹਿਤ ਕਰਨ ਵਾਸਤੇ ਆਈਆਂ, ਉਹਨਾਂ ਦੀ ਜਿਹੜੀ ਵਾਸ਼ਨਾ ਸੀ ਬਸ ਇਸ ਪਹਿਲੇ ਸ਼ਬਦ ਨੇ ਖਤਮ ਕਰ ਦਿੱਤਾ। ਤਾਂ ਫਿਰ ਰਾਜੇ ਸ਼ਿਵਨਾਭ ਨੂੰ ਪਤਾ ਲੱਗਾ ਵੀ ਜਿਨ੍ਹਾਂ ਦਾ ਮੈਂ ਪ੍ਰੇਮੀ ਆ, ਜਿਨ੍ਹਾਂ ਦਾ ਮੈਂ ਦਰਸ਼ਨ ਚਾਹੁੰਦਾ ਵਾਂ, ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਆਏ ਹਨ। ਤਾਂ ਇਸ ਤਰ੍ਹਾਂ ਜਿਹੜੇ ਰਾਜੇ ਲੋਕ ਸੀ ਉਹ ਮਹਾਤਮਾ ਦੇ ਆਤਮ ਬਲ ਦੀ ਪਰਖ ਕਰਦੇ ਸੀ। ਤਾਂ ਜਿਹਦੇ ਆਤਮ ਬਲ ਦੀ ਪਰਖ ਹੋਵੇ ਉਹਦੇ ਤੇ ਸ਼ਰਧਾ ਕਰਨੀ ਚਾਹੀਦੀ ਹੈ। ਜਿਹਦੇ ਆਤਮ ਬਲ ਦੇ, ਜਿਸ ਮਹਾਤਮਾ ਦੇ ਆਤਮ ਬਲ ਦੀ ਪਰਖ ਨਾ ਹੋਵੇ ਉਹਦੇ ਤੇ ਸ਼ਰਧਾ ਨਹੀਂ ਕਰਨੀ ਚਾਹੀਦੀ। ਬਾਅਦ ਚ ਐਵੇਂ ਤਨ ਮਨ ਧਨ ਆਪਣਾ ਖਰਾਬ ਕਰਕੇ ਬਹਿ ਜਾਈਦਾ ਹੈ। ਇਸ ਕਰਕੇ ਬਚਣਾ ਚਾਹੀਦਾ, ਦੂਰੋਂ ਹੀ ਮੱਥਾ ਟੇਕ ਦੇਣਾ ਚਾਹੀਦਾ ਹੈ। ਜੇ ਸਾਹਮਣੇ ਤੁਰੇ ਆਉਂਦੇ ਹੁਣ ਤੇ ਰਾਹ ਹੀ ਬਦਲ ਜਾਣਾ ਚਾਹੀਦਾ ਹੈ। ਹਾਂ, ਜਿਹਦੇ ਆਤਮ ਬਲ ਦੀ ਪਰਖ ਹੋ ਜੇ ਉਹਦੀ ਸੇਵਾ ਕਰਨੀ ਚਾਹੀਦੀ ਹੈ। ਉਹਦੇ ਬਾਰੇ ਮਹਾਰਾਜ ਕਹਿੰਦੇ ਨੇ ਵੀ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ। ਤਾਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਕਹਿੰਦੇ ਜੋ ਖਰਾਬ ਹੁੰਦਾ ਹੋ ਜਾਣ ਦਿਓ, ਇੱਕ ਚੀਜ਼ ਨਾ ਖਰਾਬ ਹੋਣ ਦਿਓ ਕਿ ਬੁੱਧੀ। ਇਹ ਬੜੀ ਇੱਕ ਕਮਾਲ ਦੀ ਗੱਲ ਹੈ। ਜਿਹੜਾ ਹਿੰਦੁਸਤਾਨ ਦੇ ਫਿਲਾਸਫੀ ਦੇ ਗ੍ਰੰਥ ਨੇ, ਵਿਦਾਂਤ ਹੈ, ਨਿਆਏ ਹੈ, ਇਹ ਸਾਰਾ ਬੁੱਧੀ ਤੇ ਜ਼ੋਰ ਦਿੰਦੇ ਆ ਵੀ ਬੁੱਧੀ ਨਾ ਖਰਾਬ ਹੋਣ ਦਿਓ, ਮੱਤ ਨਾ ਖਰਾਬ ਹੋਣ ਦਿਓ। ਜਿਵੇਂ ਜਪਜੀ ਸਾਹਿਬ ਵਿੱਚ ਵੀ ਆਉਂਦਾ ਵੀ ਭਰ ਗਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੱਖ। ਜਦੋਂ ਕਾਮ ਕ੍ਰੋਧ ਕਰਕੇ ਬੁੱਧੀ ਖਰਾਬ ਹੋਣ ਲੱਗੇ, ਜਿਹਨੂੰ ਆਪਾਂ ਆਮ ਸ਼ਬਦਾਂ ਵਿੱਚ ਕਹਿ ਦਿੰਦੇ ਦਿਮਾਗ ਖਰਾਬ ਹੋਣ ਲੱਗੇ, ਤਾਂ ਕਹਿੰਦੇ ਸਾਵਧਾਨ ਹੋ ਜਾਣਾ ਚਾਹੀਦਾ ਹੈ। ਜਿਵੇਂ ਕੁਝ ਚੀਜ਼ਾਂ ਹੁੰਦੀਆਂ ਨਾ, ਜਿਵੇਂ ਸਰੀਰ ਦੇ ਵਿੱਚ ਪਾਈਏ ਤੇ ਸਰੀਰ ਵਿਗੜਦਾ ਹੈ। ਕਈ ਵਸਤੂਆਂ ਇੱਦਾਂ ਦੀਆਂ ਹੁੰਦੀਆਂ ਸਰੀਰ ਤਾਂ ਨਹੀਂ ਵਿਗੜਦਾ ਪਰ ਬੁੱਧੀ ਵਿਗੜ ਜਾਂਦੀ ਆ ਜੇ ਸਰੀਰ 'ਚ ਪੈ ਜਾਣ, ਮੱਤ ਮਾਰੀ ਜਾਂਦੀ ਹੈ ਜੇ ਸਰੀਰ 'ਚ ਪੈ ਜਾਣ। ਜਿਵੇਂ ਜ਼ਹਿਰ ਆ, ਜ਼ਹਿਰ ਖਾਦਿਆਂ ਸਰੀਰ ਵਿਗੜਦਾ ਹੈ, ਸਰੀਰ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਜਿਹੜਾ ਨਸ਼ਾ ਵਾ, ਸ਼ਰਾਬ ਆ ਜਾਂ ਮਾੜੀਆਂ ਚੀਜ਼ਾਂ ਨੇ, ਉਹ ਜੇ ਸਰੀਰ 'ਚ ਪਾਵਾਂਗੇ ਤਾਂ ਉਹ ਪਹਿਲਾਂ ਸਰੀਰ ਨੂੰ ਤਾਂ ਨਹੀਂ ਵਿਗਾੜਦੀਆਂ, ਸਰੀਰ ਨੂੰ ਤੇ ਉਹ ਚੁੱਕਦੀਆਂ, ਨਕਲੀ ਤਾਕਤ ਪੈਦਾ ਕਰਦੀਆਂ ਨੇ, ਪਰ ਬੰਦੇ ਦੀ ਮੱਤ ਖਰਾਬ ਕਰ ਦਿੰਦੀਆਂ ਨੇ। ਬੰਦੇ ਦੀ ਮੱਤ ਜਿਹੜੀ ਹੈ ਉਹ ਮਾਰ ਦਿੰਦੀਆਂ ਹਨ। ਨਾਲੇ ਧਾਰਮਿਕ ਗ੍ਰੰਥਾਂ ਦੇ ਵਿੱਚ ਨਸ਼ੇ ਦੇ ਬੜੇ ਸੋਹਣੇ ਅਰਥ ਕੀਤੇ। ਧਾਰਮਿਕ ਗ੍ਰੰਥ ਕਹਿੰਦੇ ਜੋ ਵੀ ਵਿਗੜਦਾ ਵਿਗੜ ਜਾਣ ਦੇ, ਜੋ ਵੀ ਜਾਂਦਾ ਜਾਣ ਦੇ, ਵੇਖੀ ਕਿਤੇ ਬੁੱਧੀ ਨਾ ਵਿਗੜੇ, ਜਦੋਂ ਵਿਗੜ ਲੱਗੇ ਉਦੋਂ ਸਾਵਧਾਨ ਹੋ ਜੇ। ਜਿਹੜੇ ਤਾਂ ਵਿਦਵਾਨ ਸੰਤ ਨੇ ਉਹ ਕਹਿ ਦਿੰਦੇ ਬੁੱਧੀ ਭ੍ਰਿਸ਼ਟ ਹੋ ਗਈ। ਜਿਹੜੇ ਆਮ ਤਾਂ ਨਹੀਂ ਕਹਿ ਸਕਦੇ, ਹੈ ਤਾਂ ਮਹਾਤਮਾ ਸੀ ਪਰ ਸਮਝਾਉਣਾ ਸੌਖਾ, ਉਹ ਕਹਿ ਦਿੰਦੇ ਕਲਯੁਗ ਆ ਗਿਆ, ਕਲਯੁਗ ਦਾ ਅਸਰ ਪੈ ਗਿਆ। ਇਸਲਾਮ ਵਾਲੇ ਜਿਹੜੇ ਧਾਰਮਿਕ ਗ੍ਰੰਥ ਨੇ, ਹੁਣ ਇਸਲਾਮ ਜਿਨ੍ਹਾਂ ਨੂੰ ਸਿਖਾਉਣਾ ਸੀ ਉਹ ਲੋਕ ਫਿਰ ਬਹੁਤੀ ਫਿਲਾਸਫੀ ਤੇ ਉੱਥੇ ਹੈ ਨਹੀਂ ਸੀ ਧਰਮ ਦੀ। ਹਿੰਦੁਸਤਾਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਫਿਲਾਸਫੀ ਹੈ, ਸਨਾਤਨ ਧਰਮ ਹੈ, ਫਿਰ ਬੁੱਧ ਧਰਮ ਹੈ, ਫਿਰ ਜੈਨ ਧਰਮ ਹੈ, ਫਿਰ ਸਿੱਖ ਧਰਮ ਹੈ। ਇੱਥੇ ਤਾਂ ਬਹੁਤ ਜ਼ਿਆਦਾ ਹੀ ਪਰਮਾਤਮਾ ਦੀ ਖੋਜ ਹੋਈ। ਉੱਧਰ ਇਸਲਾਮ ਵਾਲੇ ਇਲਾਕੇ 'ਚ ਵਿਚਾਰੇ ਸਿੱਧੇ ਲੋਕ ਸਨ, ਭੋਲੇ ਭਾਲੇ ਭੇਡਾਂ ਬੱਕਰੀਆਂ ਚਾਰਨ ਵਾਲੇ। ਤਾਂ ਉਹਨਾਂ ਨੂੰ ਮੋਟੇ ਸ਼ਬਦਾਂ 'ਚ ਸਮਝਾ ਦਿੱਤਾ ਵੀ ਸ਼ੈਤਾਨ ਆ ਗਿਆ, ਸ਼ੈਤਾਨ ਨੇ ਮੱਤ ਮਾਰਤੀ, ਸ਼ੈਤਾਨ ਨੇ ਅਸਰ ਕਰ ਲਿਆ। ਤਾਂ
ਜਿਹੜੇ ਆਪਣੇ ਇੱਧਰ ਦੇ ਵਿਦਵਾਨ ਨੇ ਉਹ ਇਸ ਤਰ੍ਹਾਂ ਕਹਿੰਦੇ ਨੇ ਵੀ ਬੁੱਧੀ ਜਿਹੜੀ ਹੈ ਉਹ ਭ੍ਰਿਸ਼ਟ ਹੋ ਗਈ ਹੈ, ਬੁੱਧੀ ਖਰਾਬ ਹੋ ਗਈ ਹੈ। ਤਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਨਸ਼ੇ ਦੀ ਬੜੀ ਸੋਹਣੀ ਵਿਆਖਿਆ ਕੀਤੀ ਗਈ। ਇੱਕ ਤਾਂ ਉਹ ਚੀਜ਼ ਜਿਹਦੇ ਪਾਉਣ ਦੇ ਨਾਲ ਸਰੀਰ ਵਿਗੜਦਾ ਹੈ, ਇੱਕ ਉਹ ਚੀਜ਼ ਜਿਹਦੇ ਅੰਦਰ ਜਾਣ ਦੇ ਨਾਲ ਬੰਦੇ ਦੀ ਬੁੱਧੀ ਵਿਗੜਦੀ ਹੈ, ਮੱਤ ਵਿਗੜਦੀ ਹੈ। ਤਾਂ ਨਸ਼ੇ ਦੇ ਅਰਥ ਕੀ ਕੀਤੇ? ਨਾ ਸ਼ਮ ਯਯਾ, ਸੰਸਕ੍ਰਿਤ ਦੇ ਵਿੱਚ ਸ਼ਮ ਕਹਿੰਦੇ ਸ਼ਾਂਤੀ ਨੂੰ, ਨਾ ਕਹਿੰਦੇ ਨਹੀਂ ਨੂੰ, ਜਯਾ ਜਿਸ ਕਰਕੇ। ਨਸ਼ਾ ਉਹ ਚੀਜ਼ ਹੈ ਜਿਹਦੇ ਨਾਲ ਤੈਨੂੰ ਕਦੇ ਵੀ ਸ਼ਾਂਤੀ ਜਿਹੜੀ ਹੈ ਉਹ ਨਹੀਂ ਆਵੇਗੀ। ਜਿੰਨਾ ਮਰਜ਼ੀ ਵਰਤ ਲਾ, ਤੋੜ ਤੈਨੂੰ ਲੱਗੀ ਰਵੇਗੀ, ਹੋਰ ਪੀ ਲਾਂ, ਹੋਰ ਖਾ ਲਾਂ, ਇਹ ਸਾਰੀ ਉਮਰ ਬਣੀ ਰਵੇਗੀ। ਉਹਨੂੰ ਨਸ਼ਾ ਕਿਹਾ ਜਾਂਦਾ ਹੈ। ਨਾਲੇ ਇੱਕ ਗੱਲ ਬੜੀ ਸੁੰਦਰ ਵਿਚਾਰ ਗੁਰਬਾਣੀ ਦੇ ਵਿੱਚ ਆਉਂਦੀ ਹੈ, ਖਾਣ ਪੀਣ ਦਾ ਬਹੁਤ ਜ਼ਿਆਦਾ ਝਗੜਾ ਚੱਲਦਾ ਪਿਆ ਹੈ ਹਰ ਧਰਮ ਦੇ ਵਿੱਚ ਹੀ। ਵੈਸੇ ਦੁਨੀਆ ਜਿਹੜੀ ਹੈ ਹੁਣ ਲਗਾਤਾਰ ਵੈਸ਼ਨੂੰ ਹੋ ਰਹੀ ਹੈ, ਵੈਜੀਟੇਰੀਅਨ ਹੋ ਰਹੀ, ਕਿਉਂਕਿ ਪਸ਼ੂਆਂ ਦੇ ਵਿੱਚ ਬਿਮਾਰੀਆਂ ਜ਼ਿਆਦੀਆਂ ਨੇ, ਪਸ਼ੂਆਂ ਦੇ ਵਿੱਚ ਵਕਾਰ ਬੰਦੇ ਤੋਂ ਜ਼ਿਆਦਾ ਹੈ। ਜਦੋਂ ਉਹਨਾਂ ਦਾ ਮਾਸ ਦਾ ਸੇਵਨ ਕਰਦੇ ਤਾਂ ਉਹ ਬਿਮਾਰੀਆਂ ਬੰਦੇ ਦੇ ਅੰਦਰ ਵੀ ਆਉਂਦੀਆਂ ਅਤੇ ਵਕਾਰ ਹੋਰ ਵੱਧਦਾ ਹੈ। ਕੋਈ ਧਰਮ ਦੇ ਉਪਦੇਸ਼ ਕਰਕੇ ਨਹੀਂ, ਸਿਆਣਪ ਕਰਕੇ ਹੀ ਲੋਕ ਜਿਹੜੇ ਨੇ ਉਹ ਵੈਜੀਟੇਰੀਅਨ ਹੌਲੀ ਹੌਲੀ ਹੋਈ ਜਾ ਰਹੇ ਨੇ। ਜੇ ਅਸੀਂ ਗੁਰਮਤਿ ਤੋਂ ਪੁੱਛੀਏ ਵੀ ਕੀ ਖਾਣਾ ਚਾਹੀਦਾ, ਕੀ ਪੀਣਾ ਚਾਹੀਦਾ, ਸਾਡੇ 'ਚ ਵੀ ਬੜਾ ਝਗੜਾ ਚੱਲਦਾ ਖਾਣ ਪੀਣ ਦਾ। ਤਾਂ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਉਹ ਬਹੁਤ ਹੀ ਬਾਕਮਾਲ ਜਵਾਬ ਦਿੱਤਾ ਹੈ। ਮਹਾਰਾਜ ਕਹਿੰਦੇ ਉਹ ਚੀਜ਼ ਖਾਓ ਜਿਹਦੇ ਨਾਲ ਸਰੀਰ ਨਾ ਵਿਗੜੇ, ਉਹ ਚੀਜ਼ ਪੀਓ ਜਿਹਦੇ ਨਾਲ ਮੱਤ ਨਾ ਵਿਗੜੇ। ਜਿਹੜੀ ਚੀਜ਼ ਸਰੀਰ ਨੂੰ ਵਿਕਾਰੀ ਨਾ ਬਣਾਵੇ ਤੇ ਬੰਦੇ ਦੀ ਮੱਤ ਨਾ ਮਾਰੇ ਉਹ ਵਰਤਣੀ ਚਾਹੀਦੀ ਹੈ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ, ਮਨ ਮਹਿ ਚੱਲੇ ਵਿਕਾਰ। ਤਾਂ ਨਸ਼ੇ ਦਾ ਅਰਥ ਕੀ ਹੁੰਦਾ ਹੈ? ਜਿਹਦੇ ਵਿੱਚ ਕਦੀ ਸ਼ਾਂਤੀ ਨਹੀਂ ਆਵੇਗੀ। ਨਾ ਸ਼ਮ ਯਯਾ, ਜਿਹਨੂੰ ਪੀਣ ਕਰਕੇ, ਵਰਤਣ ਕਰਕੇ ਬਸ ਇਹ ਹੀ ਅੱਗ ਲੱਗੀ ਰਵੇਗੀ ਵੀ ਹੋਰ ਕਰ ਲਾਂ, ਹੋਰ ਕਰ ਲਾਂ, ਹੋਰ ਕਰ ਲਾਂ। ਤਾਂ ਉਹ ਚੀਜ਼ ਜਿਹੜੀ ਸਰੀਰ ਨੂੰ ਵਿਗਾੜੇ ਨਹੀਂ ਵਰਤਣੀ ਚਾਹੀਦੀ। ਉਹ ਚੀਜ਼ ਜਿਹੜੀ ਬੰਦੇ ਦੀ ਮੱਤ ਨੂੰ ਵਿਗਾੜੇ, ਸ਼ਰਾਬ ਆਦਿਕ, ਉਹ ਨਹੀਂ ਵਰਤਣੀ ਚਾਹੀਦੀ। ਗੁਰਮਤਿ ਅਨੁਸਾਰ ਮਾਸ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ, ਕਿਉਂ ਵਿਕਾਰ ਵਧਾਉਂਦੀ ਹੈ, ਵਿਕਾਰਾਂ ਨੂੰ ਦੇ ਵਿੱਚ ਵਾਧਾ ਕਰ ਦਿੰਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋਏ ਧਾਰਮਿਕ ਗ੍ਰੰਥਾਂ ਦੀ ਜਿਹੜੀ ਵਿਚਾਰ ਆ ਉਹ ਬੜੀ ਸੁੰਦਰ ਆਉਂਦੀ ਹੈ। ਉਹ ਵਿਚਾਰ ਕੀ ਹੈ ਵੀ ਸੰਗਤ ਦੇ ਵਿੱਚੋਂ ਆਤਮ ਬਲ ਦੀ ਪ੍ਰਾਪਤੀ ਹੁੰਦੀ ਹੈ। ਜਿੰਨਾ ਕਿਸੇ ਦਾ ਆਤਮ ਬਲ ਵੱਧ ਜਾਂਦਾ ਹੈ ਓਨਾ ਹੀ ਫਿਰ ਉਹ ਪਰਮੇਸ਼ਰ ਵਾਲੇ ਪਾਸੇ ਕਾਰਜ ਦੀ ਸਿੱਧੀ ਵਾਸਤੇ ਤੁਰਦਾ। ਇਸ ਕਰਕੇ ਧਾਰਮਿਕ ਗ੍ਰੰਥਾਂ 'ਚ ਲਿਖਿਆ ਵੀ ਕਾਰਜ ਦੀ ਜਿਹੜੀ ਸਿੱਧੀ ਹੈ ਉਹ ਸੱਜਣਾ ਸਤਵ 'ਤੇ ਖਲੋਤੀ ਆ, ਨਾ ਕਿ ਸਮਾਨ 'ਤੇ, ਆਤਮ ਬਲ 'ਤੇ ਜਾ ਕੇ ਜਿਹੜੀ ਹੈ ਉਹ ਖੜ ਗਈ ਆ, ਹੋਰ ਕਿਸੇ ਚੀਜ਼ 'ਤੇ ਨਹੀਂ ਉਹਦੀ ਪ੍ਰਾਪਤੀ ਹੁੰਦੀ। ਤਾਂ ਐਸੀ ਸੰਗਤ ਜਿਹਦੇ ਵਿੱਚੋਂ ਇਹੋ ਜਿਹੇ ਸ਼ੁਭ ਗੁਣ ਜਿਹੜੇ ਹਨ ਉਹ ਸਾਨੂੰ ਪ੍ਰਾਪਤ ਹੁੰਦੇ ਨੇ। ਸੋ ਆਓ ਬੜੇ ਪ੍ਰੇਮ ਦੇ ਨਾਲ ਕਲਗੀਧਰ ਮਹਾਰਾਜ ਜੀ ਦੀ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਪਵਿੱਤਰ ਮੱਧਭਾਰ ਛੰਦ ਦੇ ਵਿੱਚ ਪਿਛਲੇ ਹਫ਼ਤੇ ਜਿਹੜੀ ਕਥਾ ਸੀ ਉਹ ਇੱਥੋਂ ਤੱਕ ਹੋਈ ਸੀ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਹੁਣ ਇਹ ਤੋਂ ਅੱਗੇ ਸਤਿਗੁਰੂ ਜੀ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਜੀ ਦੀ ਉਸਤਤ ਕਰਦੇ ਹਨ, ਔਰ ਉਸਤਤ ਕਰਦੇ ਹੋਏ ਬਹੁਤ ਹੀ ਪਵਿੱਤਰ ਵਿਸ਼ੇਸ਼ਣ ਸ਼ਬਦ ਜਿਹੜੇ ਆਮ ਬੰਦੇ ਦੀ ਬੁੱਧੀ 'ਚ ਆਉਂਦੇ ਹੀ ਨਹੀਂ। ਕਿਸੇ ਬੰਦੇ ਨੂੰ ਕਹਿ ਦੇ ਬੋਲ ਹਾਂ ਤੂੰ, ਤਾਂ 5 ਮਿੰਟ ਬਹਿ ਕੇ ਬੋਲਣ, ਉਹ ਚੁੱਪ ਕਰਕੇ ਬਹਿ ਜਾਂਦਾ, ਜਾਂ ਫਿਰ ਉਹੋ ਹੀ ਗੱਲਾਂ ਦੁਬਾਰਾ ਰਿਪੀਟ ਕਰੀ ਜਾਂਦਾ ਹੈ। ਪਰ ਕਲਗੀਧਰ ਜੀ ਦੀ ਖਾਸੀਅਤ ਹੈ, ਉਹ ਜਿਹੜਾ ਸ਼ਬਦ ਲੈ ਕੇ ਸ਼ੁਰੂ ਕਰਦੇ ਨੇ ਉਹ ਸ਼ਬਦ ਦੇ 20 ਵਿਸ਼ੇਸ਼ਣ ਉਸ ਸ਼ਬਦ ਦੇ ਜਾਂਦੇ ਹਨ। ਇਹ ਉਹਨਾਂ ਦੀ
ਖਾਸੀਅਤ ਕਹਿ ਲਓ, ਉਹਨਾਂ ਦੇ ਕਾਵਿ ਦੀ ਵੀ ਖਾਸੀਅਤ ਕਹਿ ਲਓ, ਸਮਰੱਥ ਸਨ, ਅਕਾਲ ਪੁਰਖ ਦਾ ਸਰਗੁਣ ਰੂਪ ਸਨ। ਗੁਰੂ ਤੇ ਪਰਮੇਸ਼ਰ ਵਿੱਚ ਇੰਨਾ ਫਰਕ ਮੰਨਿਆ ਗਿਆ ਹੈ, ਜਿਵੇਂ ਕੋਈ ਸ਼ੀਸ਼ੇ ਮੂਹਰੇ ਖਲੋ ਕੇ ਆਪਣੀ ਸ਼ਕਲ ਵੇਖੇ, ਜਿਵੇਂ ਸ਼ੀਸ਼ੇ ਦੇ ਅੱਗੇ ਖਲੋ ਕੇ ਆਪਣਾ ਆਪ ਦੇਖਦਾ ਹੈ, ਇੱਦਾਂ ਪਰਮੇਸ਼ਰ ਆਪਣਾ ਆਪ ਹੀ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਪ੍ਰਗਟ ਕਰਦਾ। ਇਸ ਕਰਕੇ ਗੁਰੂ ਤੇ ਗੋਬਿੰਦ ਪਰਮੇਸ਼ਰ ਨੂੰ ਇੱਕ ਮੰਨਿਆ ਗਿਆ ਹੈ। ਤਾਂ ਮਹਾਰਾਜ ਜੀ ਕਿਰਪਾ ਕਰਦੇ ਹੋਏ ਵਾਹਿਗੁਰੂ ਦੀ ਉਸਤਤ ਕਰਦੇ, ਤੇ ਉਸਤਤ ਕਰਦੇ ਹੋਏ ਫਰਮਾਉਂਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੰਦਰਾਨ ਇੰਦਰ, ਹੇ ਸੱਚੇ ਪਾਤਸ਼ਾਹ ਤੂੰ ਇੰਦਰਾਂ ਦਾ ਵੀ ਇੰਦਰ ਹੈ। ਇੰਦਰ ਕੌਣ ਹੈ? ਦੇਵਤਿਆਂ ਦਾ ਰਾਜਾ ਮੰਨਿਆ ਗਿਆ ਹੈ। ਇੰਦਰਾਨ ਵੈਸੇ ਲక్ష్ਮੀ ਨੂੰ ਵੀ ਕਹਿ ਦਿੰਦੇ ਨੇ, ਇੰਦਰ ਭਗਵਾਨ ਵਿਸ਼ਨੂੰ ਨੂੰ ਵੀ ਕਹਿ ਦਿੰਦੇ ਹਨ, ਪਰ ਇੱਥੇ ਜਿਹੜਾ ਮੁੱਖ ਅਰਥ ਬਣਦਾ ਹੈ ਇੰਦਰਾਨ ਇੰਦਰ, ਇੰਦਰਾਂ ਦਾ ਵੀ ਇੰਦਰ, ਦੇਵਤਿਆਂ ਦਾ ਵੀ ਦੇਵਤਾ। ਦੇਵਤਾ ਕਿਹਨੂੰ ਕਹਿੰਦੇ ਹਨ? ਦੇਵਤੇ ਦਾ ਅਰਥ ਹੁੰਦਾ ਹੈ ਦੇਣ ਵਾਲਾ, ਜਿਹੜਾ ਕਿਸੇ ਨੂੰ ਕੁਝ ਦਵੇ। ਤਾਂ ਸਭ ਨੂੰ ਦੇਣ ਵਾਲਾ ਗੁਰਬਾਣੀ ਮੁਤਾਬਕ ਕੌਣ ਹੈ? ਦੱਦਾ ਦਾਤਾ ਏਕ ਹੈ, ਸਭ ਕੋ ਦੇਵੜਹਾਰ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਸ ਕਰਕੇ ਦੇਵਤਿਆਂ ਦਾ ਵੀ ਦੇਵਤਾ। ਵੈਸੇ ਦੇਵਤੇ ਸ਼ਬਦ ਦੇ ਬੜੇ ਅਰਥ ਕੀਤੇ ਨੇ ਵਿਦਵਾਨਾਂ ਨੇ, ਸਾਧੂ ਲੋਕਾਂ ਨੇ, ਮਹਾਂਪੁਰਸ਼ਾਂ ਦੇ। ਇੱਕ ਤਾਂ ਉਹ ਦੇਵਤੇ ਜਿਹੜੇ ਜਾਨ ਦੇਵਤੇ ਮੰਨੇ ਜਾਂਦੇ ਹਨ, ਪਰਮਾਤਮਾ ਦੇ ਸੰਕਲਪ ਤੋਂ ਪੈਦਾ ਹੋਣ ਵਾਲੇ, ਮਾਤਾ ਪਿਤਾ ਤੋਂ ਪੈਦਾ ਹੋਣ ਵਾਲੇ ਨਹੀਂ, ਸੰਕਲਪ ਤੋਂ ਪੈਦਾ ਹੋਣ ਵਾਲੇ, ਇੱਛਾ ਤੋਂ ਪੈਦਾ ਹੋਣ ਵਾਲੇ। ਇਸੇ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਦੇਵਤਿਆਂ ਨੂੰ ਫਰਿਸ਼ਤੇ ਕਿਹਾ ਜਾਂਦਾ ਹੈ। ਕਿੰਨੇ ਹਜ਼ਾਰ ਫਰਿਸ਼ਤੇ, ਜਿਵੇਂ ਹਿੰਦੂ ਧਰਮ ਕਹਿੰਦਾ ਸ਼ੇਸ਼ ਨਾਗ ਦੇ ਸਿਰ ਤੇ ਧਰਤੀ ਟਿਕੀ ਹੈ, ਇਸਲਾਮ ਹੋਰ ਤਰ੍ਹਾਂ ਕਹਿੰਦਾ ਹੈ। ਉਹ ਕਹਿੰਦਾ ਫਰਿਸ਼ਤੇ ਚੁੱਕ ਕੇ ਖਲੋਤੇ ਆ ਧਰਤੀ ਦਾ ਭਾਰ, ਦੇਵਤੇ ਚੁੱਕ ਕੇ ਖਲੋਤੇ ਨੇ ਆਪਦੇ ਸਿਰ ਤੇ, ਤੇ ਪਤਾ ਨਹੀਂ ਕਿੰਨੇ ਕੀ ਨੇ। ਇਸੇ ਤਰ੍ਹਾਂ ਜਾਂ ਫਿਰ ਦੇਵਤੇ ਕਿਹਨੂੰ ਕਿਹਾ ਜਾਂਦਾ? ਜਿਹੜੇ ਚੰਗੇ ਕੰਮ ਕਰਨ। ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਤੀਸਰੇ ਦੇਵਤੇ ਇਹ ਹਨ ਜਿਹੜੇ ਚੰਗੇ ਕਰਮ ਕਰਦੇ ਹਨ। ਔਰ ਚੌਥੇ ਦੇਵਤੇ ਕਿਹੜੇ ਨੇ? ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਕਹਿੰਦੇ ਹੁੰਦੇ ਸੀ ਵੀ ਜਿਹੜਾ ਗੁਰਮੁਖ, ਜਿਹੜਾ ਧਰਮੀ ਬੰਦਾ ਇਸ ਜਨਮ ਦੇ ਵਿੱਚ ਮੁਕਤ ਨਹੀਂ ਹੋ ਸਕਿਆ, ਭਗਤੀ ਤੇ ਕੀਤੀ ਪਰ ਮੁਕਤੀ ਦੀ ਪ੍ਰਾਪਤੀ ਉਹਨੂੰ ਨਹੀਂ ਹੋਈ, ਉਹ ਹੁਣ ਮੁਕਤ ਤਾਂ ਹੋਇਆ ਨਹੀਂ, ਤਾਂ ਜਿੰਨਾ ਚਿਰ ਉਹ ਮੁਕਤ ਨਹੀਂ ਹੁੰਦਾ, ਐਸੇ ਮਾਤਾ ਪਿਤਾ ਉਹਨੂੰ ਨਹੀਂ ਮਿਲਦੇ ਜਿਨ੍ਹਾਂ ਦੇ ਘਰ ਉਹ ਜਨਮ ਲੈ ਕੇ ਫਿਰ ਭਗਤੀ ਕਰ ਸਕੇ, ਓਨੇ ਚਿਰ ਵਾਸਤੇ ਉਹ ਜਿਹੜੀਆਂ ਪਵਿੱਤਰ ਰੂਹਾਂ ਨੇ ਸਭ ਦੇਵਤੇ ਨੇ। ਇਸ ਤਰ੍ਹਾਂ ਆਪੋ ਆਪਣੇ ਧਰਮਾਂ ਦੇ ਵੱਖੋ ਵੱਖਰੇ ਜਿਹੜੇ ਨੇ ਉਹ ਦੇਵਤੇ ਹਨ। ਭਗਤੀ ਕਰਦਿਆਂ ਕਈ ਵਾਰੀ ਨਹੀਂ ਵੀ ਇੰਨੀ ਭਗਤੀ ਹੁੰਦੀ, ਜਾਂ ਪਰਮੇਸ਼ਰ ਦੀ ਕੋਈ ਲੀਲਾ ਕਹਿ ਲਓ, ਮੌਜ ਕਹਿ ਲਓ, ਵੀ ਜੰਮਣ ਮਰਨ ਇੱਕ ਜਨਮ 'ਚ ਨਹੀਂ ਵੀ ਕੱਟਿਆ ਜਾਂਦਾ ਹੈ। ਧਾਰਮਿਕ ਗ੍ਰੰਥ ਕਹਿੰਦੇ ਨੇ ਅਪਰਾਧ ਇਹ ਨਹੀਂ ਵੀ ਤੁਸੀਂ ਡਿੱਗ ਪਏ, ਤੁਹਾਡੇ ਤੋਂ ਕੋਈ ਗਲਤੀ ਹੋ ਗਈ। ਧਾਰਮਿਕ ਗ੍ਰੰਥ ਕਹਿੰਦੇ ਆ ਡਿੱਗੂਗਾ ਉਹੋ ਹੀ ਜਿਹੜਾ ਤੁਰੂਗਾ, ਤੇ ਗਲਤੀ ਤੇ ਬੰਦੇ ਤੋਂ ਹੋਣੀ ਹੋਣੀ ਆ। ਜਿਹਨੇ ਤੁਰਨਾ ਹੀ ਨਹੀਂ ਉਹਨੇ ਕੀ ਡਿੱਗਣਾ। ਮੰਨ ਲਓ ਪੂਰੀ ਭਗਤੀ ਨਹੀਂ ਹੋ ਸਕੀ। ਅਪਰਾਧ ਸ਼ਬਦ ਦਾ ਜਿਹੜਾ ਅਰਥ ਆ ਨਾ ਗੁਰਬਾਣੀ ਮੁਤਾਬਕ ਜਾਂ ਮਹਾਂਪੁਰਸ਼ਾਂ ਮੁਤਾਬਕ, ਆਪਾਂ ਤੇ ਅਪਰਾਧ ਕਹਿ ਦਿੰਦੇ ਆ ਗਲਤੀ ਨੂੰ, ਨਾ, ਅਪਰਾਧ ਦਾ ਅਰਥ ਗਲਤੀ ਨਹੀਂ, ਉਹ ਤਾਂ ਆਮ ਭਾਸ਼ਾ 'ਚ, ਵਿਦਵਾਨਾਂ ਦੀ ਭਾਸ਼ਾ 'ਚ ਨਹੀਂ ਇਹ ਗਲਤੀ। ਜੇ ਕਿਸੇ ਨੂੰ ਪੁੱਛੋ ਵੀ ਅਪਰਾਧ ਦਾ ਅਰਥ ਕੀ ਹੈ ਗੁਰਬਾਣੀ ਮੁਤਾਬਕ ਦੱਸੋ, ਤਾਂ ਗੁਰਬਾਣੀ ਵਿੱਚ ਸ਼ਬਦ ਆਵੇਗਾ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ।
ਹੁਣ ਇੱਥੇ ਅਪਰਾਧ ਦਾ ਅਰਥ ਕੀ ਆ? ਜਿਹੜਾ ਰਾਧ ਸ਼ਬਦ ਆ ਨਾ, ਰਾਧ, ਉਹਦਾ ਅਰਥ ਹੁੰਦਾ ਸਫਲਤਾ। ਰਾਧ ਮੈਨੇ ਸਫਲਤਾ ਸਿੱਧੀ, ਅਪ ਮੈਨੇ ਰਹਿਤ। ਜਦੋਂ ਸਾਨੂੰ ਕਿਸੇ ਕੰਮ 'ਚ ਸਫਲਤਾ ਨਹੀਂ ਮਿਲੀ ਉਹਨੂੰ ਕਹਿ ਦਿੰਦੇ ਅਪਰਾਧ। ਇਹ ਗੁਰਬਾਣੀ ਮੁਤਾਬਕ ਵੀ ਅਸੀਂ ਗੋਬਿੰਦ ਦੀ ਆਰਾਧਨਾ ਕਰਨੀ ਸੀ, ਭਗਤੀ ਕਰਨੀ ਸੀ, ਨਹੀਂ ਹੋਈ ਸਾਡੇ ਤੋਂ, ਆਪਾਂ ਸਿੱਧਾ ਹੀ ਅਰਥ ਕਰਕੇ ਨਿਕਲ ਜਾਂਦੇ ਜੀ ਗਲਤੀ ਹੋ ਗਈ, ਅਪਰਾਧ ਹੋ ਗਿਆ। ਉਹ ਕਹਿੰਦੇ ਗਲਤੀ ਨਹੀਂ, ਅਰਥ ਰਾਧ ਮੈਨੇ ਸਿੱਧੀ। ਧਾਰਮਿਕ ਗ੍ਰੰਥਾਂ ਦੇ ਵਿੱਚ ਲਕਸ਼ਣ ਕੀਤੇ ਗਏ ਹੁੰਦੇ ਨਾ, ਆਪ ਗਤਾ ਰਾਧਾ ਯਸਮਾਤ ਅਸੋ ਅਪਰਾਧਾ। ਅਪਰਾਧ ਕਿਹਨੂੰ ਕਹਿੰਦੇ ਆ? ਜਿੱਥੇ ਰਾਧ ਨਹੀਂ ਹੈਗੀ, ਰਾਧਾ ਨਹੀਂ ਹੈਗੀ। ਰਾਧ ਮੈਨੇ ਸਿੱਧੀ ਸਫਲਤਾ। ਤਾਂ ਮਹਾਰਾਜ ਕਹਿੰਦੇ ਨੇ ਕਿ ਸਫਲਤਾ ਪ੍ਰਾਪਤ ਕਰਨੀ ਸੀ, ਪਰ ਭਾਵ ਭਗਤੀ ਕਰਕੇ ਸਫਲਤਾ ਮਿਲੀ ਨਹੀਂ, ਫਿਰ ਜਿੰਨੀ ਚਾਹੀਦੀ ਸੀ ਉਨੀ ਕਰ ਨਹੀਂ ਪਾਏ। ਤਾਂ ਇਸ ਕਰਕੇ ਕਿਸੇ ਕਾਰਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ, ਜੰਮਣ ਮਰਨ ਕੱਟਿਆ ਨਹੀਂ ਗਿਆ, ਤਾਂ ਉਹ ਪਵਿੱਤਰ ਰੂਹਾਂ ਫਿਰ ਮਾੜੇ ਪਾਸੇ ਨਹੀਂ ਜਾਂਦੀਆਂ। ਉਹ ਉਡੀਕ ਦੇ ਵਿੱਚ ਰਹਿੰਦੀਆਂ ਹਨ ਵੀ ਕੋਈ ਚੰਗਾ ਮਾਤਾ ਪਿਤਾ ਮਿਲੇ ਤੇ ਅਸੀਂ ਆਪਦੀ 84 ਜਿਹੜੀ ਹੈ ਉਹ ਮੁਕਾਈਏ, ਸੱਚਖੰਡ ਦੇ ਨਿਵਾਸੀ ਬਣੀਏ। ਉਹਨੇ ਚਿਰ ਵਾਸਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਮੁਤਾਬਕ ਉਹ ਸਾਰੇ ਕੀ ਆ? ਦੇਵਤੇ। ਆਪੋ ਆਪਣੇ ਧਰਮ ਦੀਆਂ ਪਵਿੱਤਰ ਰੂਹਾਂ ਦੇਵਤੇ ਮੰਨੀਆਂ ਜਾਂਦੀਆਂ। ਜਿਹੜੀ 84 ਲੱਖ ਜੂਨੀ ਹੈ ਗੁਰਮਤ ਦੇ ਮੁਤਾਬਕ, ਇਹਦੇ ਵਿੱਚੋਂ ਛੁੱਟਣਾ ਬਹੁਤ ਜ਼ਰੂਰੀ ਹੈ। ਹੁਣ ਜੇ 84 ਲੱਖ ਜੂਨੀਆਂ ਦਾ ਹਿਸਾਬ ਲਾਈਏ ਤਾਂ 30 ਲੱਖ ਵਾਰ ਬੰਦਾ ਦਰਖਤ ਦੀ ਜੂਨੀ 'ਚ ਪੈਦਾ ਹੁੰਦਾ ਹੈ। ਉੱਥੇ ਕਿੰਨਾ ਦੁੱਖ ਹੈ ਇਹ ਪਤਾ ਹੀ ਹੈ ਸਾਰਿਆਂ ਨੂੰ। ਧੁੱਪ ਛਾਂ ਸਭ ਕੁਝ ਸਿਰ ਤੇ। 8 ਕੇ 9 ਲੱਖ ਵਾਰ ਬੰਦਾ ਪਾਣੀ ਦੀ ਜੂਨੀ ਜਨਮ ਲੈਂਦਾ, ਜਿਹਨੂੰ ਮੱਛੀਆਂ ਕਹਿ ਦਿੰਦੇ, ਜਲ ਜੀਵ। 10 ਲੱਖ ਵਾਰ ਕੀੜੀਆਂ ਦੀ ਜੂਨੀ ਜਨਮ ਲੈਂਦਾ ਹੈ। 11 ਲੱਖ ਵਾਰ ਪੰਛੀਆਂ ਦੀ ਜੂਨੀ ਵਿੱਚ ਜਨਮ ਲੈਂਦਾ ਹੈ। 20 ਲੱਖ ਵਾਰ ਪਸ਼ੂ ਦੀ ਜੂਨੀ 'ਚ ਜਨਮ ਲੈਂਦਾ ਹੈ। ਔਰ ਫਿਰ ਧਾਰਮਿਕ ਗ੍ਰੰਥਾਂ ਮੁਤਾਬਕ 4 ਲੱਖ ਵਾਰ ਬੰਦੇ ਦੀ ਜੂਨੀ 'ਚ ਜਨਮ ਲੈਂਦਾ ਹੈ। ਹਿੰਦੁਸਤਾਨ ਦੇ ਵਿੱਚ 2 ਧਰਮ ਬੜੇ ਮਸ਼ਹੂਰ ਨੇ, ਇੱਕ ਬੌਧ ਧਰਮ ਤੇ ਇੱਕ ਜੈਨ। ਕਿਉਂਕਿ ਮਸ਼ਹੂਰ ਤਾਂ ਨੇ ਪ੍ਰਤੱਖ ਪ੍ਰਮਾਣ ਤੇ ਖਲੋਤੇ ਨਾ, ਜੋ ਦੇਖਦਾ ਉਹ ਹੀ ਮੰਨੋ ਬਸ। ਪ੍ਰਤੱਖ ਪ੍ਰਮਾਣ ਇਹਨਾਂ 'ਚ ਬੜਾ ਮੰਨਿਆ ਗਿਆ ਹੈ। ਜੇ ਕਿਸੇ ਨੇ ਸਾਰਾ ਜੈਨ ਧਰਮ ਪੜ੍ਹਨਾ ਹੋਵੇ ਤੇ ਬੜੀ ਮਿਹਨਤ ਲੱਗੇਗੀ, ਪਰ ਸਾਰੇ ਜੈਨ ਧਰਮ ਦਾ ਨਿਚੋੜ ਕੀ ਆ? ਜਿਵੇਂ ਗੁਰਬਾਣੀ ਕਹਿੰਦੀ ਆ ਨਾ ਵੀ ਗ੍ਰੰਥ ਤੇ ਕਰੋੜਾਂ ਹੀ ਆ, ਪਰ ਨਿਚੋੜ ਕੱਢੋ। ਕਿੰਨੇ ਕੁ ਪੜ੍ਹ ਲੋਗੇ ਜ਼ਿੰਦਗੀ 'ਚ? ਤਾਂ ਮਹਾਰਾਜ ਨੇ ਤਰੀਕਾ ਵੀ ਦੱਸਿਆ ਵਾ। ਵੇਦ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ, ਗਾਲੀ ਹੋਸ਼ੀਆਂ। ਇਹ ਨਿਚੋੜ ਆ ਗੁਰਬਾਣੀ ਦਾ। ਜਾਂ ਕੀਨੇ ਰਾਮ ਨਾਮ ਇੱਕ ਅਕਸ਼ਰ। ਰਾਮ ਨਾਮ ਕੀ ਆ? ਨਿਚੋੜ ਆ ਸਾਰੇ ਦੁਨੀਆ ਦੇ ਗ੍ਰੰਥਾਂ ਦਾ। ਤਾਂ ਜੈਨ ਧਰਮ ਦਾ ਨਿਚੋੜ ਕੀ ਹੈ? ਮਹਾਤਮਾ ਮਹਾਵੀਰ ਕਹਿੰਦੇ ਨੇ ਵੀ ਜੋ ਵੀ ਤੁਸੀਂ ਕਰਦੇ ਪਏ ਹੋ ਸਭ ਪੁਨਰੁਕਤੀ ਆ। ਪੁਨਰੁਕਤੀ ਕਿਹਨੂੰ ਕਹਿੰਦੇ ਆ? ਬਈ ਦੁਬਾਰਾ ਕਰਦੇ ਪਏ ਹੋ। ਜਿਹਨੂੰ ਗੁਰਬਾਣੀ ਬੜਾ ਸੋਹਣਾ ਦੱਸਦੀ ਹੈ ਵੀ ਖਾਣਾ ਪੀਣਾ ਹੱਸਣਾ ਸੌਣਾ, ਇਹ ਤਾਂ ਹਰ ਜਨਮ ਵਿੱਚ ਹੀ ਕੀਤਾ। ਸੌਣਾ, ਖਾਣਾ ਪੀਣਾ, ਭੋਗਣਾ, ਲੜਨਾ, ਸ੍ਰਿਸ਼ਟੀ ਪੈਦਾ ਕਰਦੀ। ਤਾਂ ਮਹਾਤਮਾ ਮਹਾਵੀਰ ਕਹਿੰਦੇ 4 ਲੱਖ ਵਾਰੀ ਮਨੁੱਖ ਜੂਨੀ ਦੇ ਵਿੱਚ ਜਨਮ ਹੁੰਦਾ ਹੈ 84 ਦੇ ਮੁਤਾਬਕ। ਤਾਂ 4 ਲੱਖ ਵਾਰੀ ਆ ਹੀ ਕੰਮ ਕੀਤਾ ਵਾ। ਹੁਣ ਜੇ ਧਰਮੀ ਕੁਲ ਦੇ ਵਿੱਚ ਜਨਮ ਮਿਲਿਆ, ਜੇ ਧਰਮ ਦੀ ਸੋਝੀ ਆਈ ਹੈ, ਤਾਂ ਹੁਣ ਕੁਝ ਨਵਾਂ ਕਰ। ਉਹ ਕੀ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਤੂੰ ਗੋਬਿੰਦ ਦਾ ਭਜਨ ਕਰ, ਸਿਮਰਨ ਕਰ। ਤਾਂ ਇਸ ਕਰਕੇ ਇਸ ਪ੍ਰਕਾਰ ਦੇਵਤੇ ਮੰਨੇ ਗਏ ਨੇ ਵੀ ਫਲਾਨਾ ਦੇਵਤਾ ਸੰਕਲਪ ਤੋਂ ਪੈਦਾ ਹੋਣ ਵਾਲੇ,
ਜਾਂ ਮੁਸਲਮਾਨਾਂ ਦੇ ਵਿੱਚ ਫਰਿਸ਼ਤੇ ਮੰਨੇ ਗਏ ਨੇ, ਜਾਂ ਫਿਰ ਹਿੰਦੂ ਧਰਮ ਦੇ 33 ਕਰੋੜ ਦੇਵਤਾ, ਜਾਂ ਫਿਰ ਕਲਗੀਧਰ ਜੀ ਮੁਤਾਬਕ ਤੇ ਜਿਹੜੇ ਭਾਈ ਚੰਗੇ ਕੰਮ ਕਰਨ ਉਹ ਦੇਵਤੇ, ਜਿਹੜੇ ਮਾੜੇ ਕੰਮ ਕਰਨ ਸਭ ਰਾਖਸ਼ ਨੇ। ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਤਾਂ ਇਸ ਕਰਕੇ ਮਹਾਰਾਜ ਜੀ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਬੜੇ ਪ੍ਰੇਮ ਦੇ ਨਾਲ ਕਿ ਭਾਈ ਇੰਦਰਾਂ ਦਾ ਵੀ ਇੰਦਰ ਉਹ ਵਾਹਿਗੁਰੂ ਪਰਮੇਸ਼ਰ ਹੈ। ਹੁਣ ਜੇ ਕੋਈ ਕੱਲ ਨੂੰ ਸਿੱਖ ਉੱਠ ਕੇ ਇੰਦਰ ਦਾ ਨਾਂ ਜਪਣ ਲੱਗ ਪਏ, ਇੰਦਰ ਦਾ ਸ਼ਬਦ ਕੱਢ ਕੇ ਇੰਦਰ ਦੇਵਤੇ ਦੀ ਆਰਾਧਨਾ ਕਰਨ ਲੱਗ ਪਏ, ਤੇ ਕਿੱਡੀ ਵੱਡੀ ਤੋਹੀਨ ਆ ਗੁਰਮਤਿ। ਕਿਉਂ? ਗੁਰਬਾਣੀ ਮੁਤਾਬਕ ਜਿਹੜੇ ਦੇਵਤੇ ਨੇ ਇੰਦਰ ਵਰਗੇ, ਉਹ ਤਾਂ ਮਹਾਰਾਜ ਦਾ ਪਾਣੀ ਭਰਨ ਵਾਲੇ ਆ। ਕਈ ਕੋਟ ਰੁਦਰ ਜੁਗੀਆ ਦਵਾਰ, ਕਈ ਕੋਟ ਇੰਦਰ ਜੇ ਪਾਨ ਹਾਰ, ਇਹ ਲਿਖਿਆ ਗੁਰਬਾਣੀ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਨੇ। ਜਾਂ ਆਦਿ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਇਸ ਪਵਿੱਤਰ ਸ਼ਬਦ ਦੇ ਵਿੱਚ ਸਭ ਦੇਵੀ ਦੇਵਤੇ ਪਰਮੇਸ਼ਰ ਦੀ ਆਰਾਧਨਾ, ਤੇ ਜੇ ਕੋਈ ਸਿੱਖ ਉੱਠ ਕੇ ਪਰਮੇਸ਼ਰ ਨੂੰ ਛੱਡ ਕੇ ਇਹਨਾਂ ਦੀ ਕਰਨ ਲੱਗ ਪਏ ਤੇ ਕਿੱਡੀ ਵੱਡੀ ਤੋਹੀਨ ਪਰਮੇਸ਼ਰ ਦੀ ਕਰਦੇ ਪਏ, ਵਾਹਿਗੁਰੂ ਦੀ ਕਰਦੇ ਪਏ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਦਰਾਂ ਦਾ ਵੀ ਇੰਦਰ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਜੀ ਹਨ। ਬਾਲਾਨ ਬਾਲ, ਬਾਲਾਨ ਕਹਿੰਦੇ ਨੇ ਬੁੱਢੇ ਨੂੰ, ਬਜ਼ੁਰਗ ਨੂੰ, ਦਾਨੇ ਨੂੰ, ਉਮਰ 'ਚ ਵੱਡੇ ਨੂੰ। ਵੱਡਿਆਂ ਦਾ ਵੀ ਵੱਡਾ, ਬਜ਼ੁਰਗਾਂ ਦਾ ਵੀ ਬਜ਼ੁਰਗ ਕੌਣ ਹੈ? ਸ੍ਰੀ ਵਾਹਿਗੁਰੂ ਅੰਤਰਜਾਮੀ ਪਰਮੇਸ਼ਰ ਜੀ ਮਹਾਰਾਜ ਹਨ। ਬਜ਼ੁਰਗਾਂ ਦੇ ਵੀ ਬਜ਼ੁਰਗ। ਇੱਧਰ ਆਪਣੇ ਇਲਾਕੇ ਦੇ ਵਿੱਚ ਦੁਆਬੇ ਦੇ ਵਿੱਚ ਨਾ ਜਠੇਰਿਆਂ ਦੀ ਬੜੀ ਪੂਜਾ ਹੁੰਦੀ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਭ ਦਾ ਜਠੇਰਾ ਕੌਣ ਆ? ਵੱਡਾ ਕੌਣ ਆ? ਬਜ਼ੁਰਗਾਂ ਦਾ ਵੀ ਬਜ਼ੁਰਗ ਕੌਣ ਆ? ਬਾਲਾਨ ਬਾਲ, ਉਹ ਕੌਣ ਹੈ? ਸ੍ਰੀ ਵਾਹਿਗੁਰੂ ਅੰਤਰਜਾਮੀ। ਜਾਂ ਫਿਰ ਬਾਲਾਨ ਬਾਲ, ਬਜ਼ੁਰਗਾਂ ਦੇ ਵਿੱਚ ਬਜ਼ੁਰਗ ਰੂਪ ਹੋ ਕੇ ਬੈਠਾ ਹੈ। ਹੁਣ ਜਿਹੜਾ ਬੰਦਾ ਆਪਣੇ ਬਜ਼ੁਰਗਾਂ ਦੀ ਪੂਜਾ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ, ਆਪਣੇ ਮਾਂ ਪਿਓ ਦਾ ਸਤਿਕਾਰ ਨਹੀਂ ਕਰਦਾ, ਉਹਨੂੰ ਗੁਰਦੁਆਰੇ ਤੋਂ ਕੀ ਮਿਲਣਾ? ਕੁਛ ਵੀ ਨਹੀਂ। ਘਰੇ ਮਾਂ ਪਿਓ ਭੁੱਖੇ ਹੋਣ, ਉਹਨਾਂ ਨੂੰ ਪੁੱਛੇ ਨਾ, ਤੇ ਗੁਰਦੁਆਰੇ ਆਣ ਕੇ ਟੌਰ ਬਣਾਉਂਦਾ ਫਿਰੇ ਵੀ ਬੜੀ ਬਾਣੀ ਪੜ੍ਹਦਾ, ਉਹਨੂੰ ਨਹੀਂ ਕੁਝ ਮਿਲਣਾ। ਕਿਉਂ? ਗੁਰਬਾਣੀ ਮੁਤਾਬਕ ਬਾਲਾਨ ਬਾਲ, ਬਜ਼ੁਰਗਾਂ ਵਿੱਚ ਬਜ਼ੁਰਗ ਰੂਪ ਹੋ ਕੇ ਪਰਮੇਸ਼ਰ ਵਾਹਿਗੁਰੂ ਬੈਠਾ ਹੈ। ਔਰ ਦੂਸਰੇ ਪਾਸੇ ਜਾਂ ਫਿਰ ਬਾਲਾਨ ਬਾਲ, ਬਾਲਾਨ ਮੈਨੇ ਬਾਲਕ, ਬੱਚੇ, ਬੱਚਿਆਂ ਵਿੱਚ ਬੱਚਾ ਰੂਪ ਹੋ ਕੇ ਬੈਠਾ ਹੈ। ਬਾਲਾਂ 'ਚ ਬਾਲ ਰੂਪ ਹੋ ਕੇ। ਕਿਉਂ? ਬੱਚੇ ਰੱਬ ਦਾ ਰੂਪ ਮੰਨੇ ਜਾਂਦੇ ਹਨ। ਇਹਨਾਂ ਦੀ ਅਰਦਾਸ ਪਰਮੇਸ਼ਰ ਵਾਹਿਗੁਰੂ ਛੇਤੀ ਸੁਣਦਾ ਹੈ। ਹਿਰਦਾ ਸਾਫ਼ ਹੁੰਦਾ ਹੈ, ਨਿਰਛਲ ਹੁੰਦਾ ਹੈ, ਕਪਟ ਵਿਕਾਰਾਂ ਤੋਂ ਰਹਿਤ ਹੁੰਦਾ ਹੈ। ਇਸ ਕਰਕੇ ਮਹਾਰਾਜ ਜੀ ਕੀ ਕਹਿੰਦੇ ਨੇ ਵੀ ਜਿੱਥੇ ਬਜ਼ੁਰਗਾਂ ਦੇ ਵਿੱਚ ਬਜ਼ੁਰਗ ਰੂਪ ਹੋ ਕੇ ਬੈਠਾ ਹੈ, ਉੱਥੇ ਬੱਚੇ ਰੱਬ ਦਾ ਰੂਪ ਨੇ। ਬੱਚਿਆਂ ਵਿੱਚ ਵੀ ਉਹ ਪਰਮੇਸ਼ਰ ਬੱਚਿਆਂ ਦਾ ਰੂਪ ਹੋ ਕੇ ਬੈਠਾ ਹੈ। ਰੰਕਾਨ ਰੰਕ, ਤੀਸਰਾ ਪਰਮਾਤਮਾ ਕਿੱਥੇ ਬੈਠਾ ਹੈ? ਰੰਕਾਨ ਰੰਕ, ਗਰੀਬਾਂ ਦੇ ਵਿੱਚ ਗਰੀਬ ਰੂਪ ਹੋ ਕੇ। ਜਿਹੜਾ ਗਰੀਬ ਬੰਦੇ ਦੀ ਸਹਾਇਤਾ ਕਰਨੀ ਹੈ, ਉਹ ਸਿੱਧੀ ਰੱਬ ਦੀ ਸੇਵਾ ਕਰਨ ਦੇ ਬਰਾਬਰ। ਕਿਉਂਕਿ ਗੁਰਬਾਣੀ ਮੁਤਾਬਕ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਆਪ ਹੀ ਤੂੰ ਦਾਤਾ ਹੈ, ਆਪ ਹੀ ਤੂੰ ਭਿਖਾਰੀ ਹੈ। ਆਪਾਂ ਚੌਪਈ ਸਾਹਿਬ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਪੜ੍ਹਦੇ ਹਾਂ ਸਤਿਗੁਰੂ ਜੀ ਦੇ ਇਹਨਾਂ ਪਵਿੱਤਰ ਬਚਨਾਂ ਨੂੰ ਕਿ ਹੇ ਸੱਚੇ ਪਾਤਸ਼ਾਹ, ਇੱਕ ਹੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਆਪ ਹੀ ਸਾਰੇ ਸਰੂਪਾਂ ਦੇ ਵਿੱਚ ਬੈਠੇ ਹੋਏ। ਤਾਂ ਹੁਣ ਪਰਮੇਸ਼ਰ ਕਿੱਥੇ ਬੈਠਾ? ਇੱਕ ਤਾਂ ਬਜ਼ੁਰਗਾਂ ਵਿੱਚ, ਇੱਕ ਬੱਚਿਆਂ ਵਿੱਚ, ਤੀਸਰਾ ਤਾਂ ਮਹਾਰਾਜ ਕਹਿੰਦੇ ਗਰੀਬਾਂ ਦੇ ਵਿੱਚ। ਇਸਲਾਮ ਧਰਮ ਦੇ ਵਿੱਚ ਇਸ ਗੱਲ ਤੇ ਬਹੁਤ ਜ਼ੋਰ। ਇਸਲਾਮ ਧਰਮ ਕਹਿੰਦਾ ਜੇ ਤੁਹਾਡੇ ਪਰਿਵਾਰ 'ਚ ਕੋਈ ਯਤੀਮ ਬੱਚਾ ਹੋਵੇ ਨਾ, ਰਿਸ਼ਤੇਦਾਰੀ 'ਚ, ਤੁਸੀਂ ਉਹਦੀ ਮਦਦ ਕਰਦੇ ਆ।
ਤੇ ਮਦਦ ਕਰਨ ਵਾਸਤੇ ਤੁਸੀਂ ਉਹਨੂੰ ਜਗ੍ਹਾ ਵੀ ਦੇਣੀ ਆ, ਘਰ ਵੀ ਦੇਣਾ ਵਾ, ਕਾਰੋਬਾਰ ਵਾਸਤੇ ਜੋ ਵੀ ਤੁਸੀਂ ਕਰਦੇ ਹੋ, ਜ਼ਮੀਨ ਵੀ ਦੇਣੀ ਆ, ਮੱਝਾਂ ਗਾਵਾਂ ਵੀ ਉਹਨੂੰ ਦੇਣੀਆਂ ਵਾ, ਸਾਰਾ ਕੁਝ ਉਹਦਾ ਕਰਨਾ ਯਤੀਮ ਬੱਚੇ ਦਾ। ਤੇ ਦੂਸਰਾ ਸਵਾਲ ਕੀਤਾ ਨਬੀ ਸਾਹਿਬ ਨੂੰ ਵੀ ਜੇ ਅਸੀਂ ਗਰੀਬ ਹੋਈਏ ਤੇ ਉਹਦੀ ਕੀ ਮਦਦ ਕਰਾਂਗੇ, ਸਾਡੇ ਤੇ ਆਪਦੇ ਨਹੀਂ ਚੁੱਲ੍ਹਾ ਤਪਦਾ ਤੇ ਉਹਦੀ ਯਤੀਮ ਬੱਚੇ ਦੀ ਕੀ ਮਦਦ ਕਰੀਏ। ਤਾਂ ਉਹ ਫਿਰ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ, ਉਹ ਕਹਿੰਦੇ ਫਿਰ ਇੱਦਾਂ ਕਰੋ, ਉਹਦੇ ਸਿਰ ਤੇ ਬਸ ਪਿਆਰ ਨਾਲ ਹੱਥ ਫੇਰ ਦਿਓ। ਜਦੋਂ ਤੁਸੀਂ ਉਸ ਯਤੀਮ ਬੱਚੇ ਦੇ ਸਿਰ ਤੇ ਪਿਆਰ ਦੇ ਨਾਲ ਹੱਥ ਫੇਰੋਗੇ ਤਾਂ ਫਿਰ ਜਿੰਨੇ ਤੁਹਾਡੇ ਤਲੀ ਦੇ ਥੱਲੇ ਉਹਦੇ ਸਿਰ ਦੇ ਵਾਲ ਆਉਣਗੇ, ਓਨੇ 100 ਸਾਲ ਤੁਸੀਂ ਸਵਰਗਾਂ 'ਚ ਸੁੱਖ ਮਾਣੋਗੇ। ਸਿਰ ਤੇ ਹੱਥ ਹੀ ਰੱਖ ਦੋ ਕਿ ਪਰਮੇਸ਼ਰ ਤੇਰਾ ਭਲਾ ਕਰੇ, ਡੋਲੀ ਨਾ ਤਗੜਾ ਹੋ ਕੇ ਰਹੀ, ਅਖੀਰ ਦੁਨੀਆ ਤੋਂ ਜਾਣਾ ਹੀ ਆ, ਹੌਸਲਾ ਹੀ ਦੇਣਾ ਹੁੰਦਾ। ਸਿੱਖ ਧਰਮ ਦਾ ਥੋੜ੍ਹਾ ਜਿਹਾ ਫਰਕ ਹੈ। ਸਿੱਖ ਧਰਮ ਨੂੰ ਕਿਉਂ ਸਤਿਕਾਰ ਦਿੱਤਾ ਜਾਂਦਾ ਹੈ? ਸਿੱਖ ਧਰਮ ਦੀ ਇੱਕ ਖਾਸੀਅਤ ਹੈ, ਦੂਸਰੇ ਧਰਮ ਕਹਿੰਦੇ ਆ ਕਿ ਪਹਿਲਾਂ ਆਪਣਿਆਂ ਦੀ ਮਦਦ ਕਰੋ, ਜੇ ਬਚ ਜਾਵੇ ਫਿਰ ਰਿਸ਼ਤੇ ਆਪਣੇ ਦੂਜਿਆਂ ਦੀ ਮਦਦ ਕਰੋ, ਭਾਵ ਆਪਣੀ ਕੌਮ ਦੀ, ਮੁਸਲਮਾਨਾਂ ਦੀ। ਪਹਿਲਾਂ ਆਪਣੇ ਪਰਿਵਾਰ ਦੀ ਮਦਦ ਕਰੋ। ਪਰਿਵਾਰ 'ਚ ਦੇਖੋ ਗਰੀਬ ਕੌਣ, ਜੇ ਬਚ ਜਾਵੇ, ਸਮਰੱਥਾ ਹੋਵੇ, ਫਿਰ ਆਪਣੀ ਕੌਮ ਦੀ ਮਦਦ ਕਰੋ। ਤੇ ਜੇ ਫਿਰ ਵੀ ਬਚ ਜਾਵੇ ਤਾਂ ਫਿਰ ਸੋਚ ਲਿਓ ਅਗਲਿਆਂ ਦੀ ਕਰਨੀ ਕਿ ਨਹੀਂ, ਦੂਜੀ ਕੌਮ ਦੀ, ਕਿਉਂ ਉਹਨਾਂ ਨੂੰ ਕਾਫਰ ਮੰਨਿਆ ਜਾਂਦਾ ਹੈ ਨਾ। ਸਿੱਖ ਧਰਮ ਦਾ ਫਰਕ ਹੈ। ਸਿੱਖ ਧਰਮ ਕੀ ਕਹਿੰਦਾ ਹੈ? ਆਪਣਾ ਵਿਗਾਰ ਬਿਰਾਨਾ ਸੰਡ, ਆਪਣਾ ਵਿਗੜਦਾ ਹੈ ਵਿਗੜੇ, ਬਗਾਨੇ ਦਾ ਸਵਾਰੋ। ਇਸੇ ਕਰਕੇ ਸਿੱਖ ਧਰਮ ਪ੍ਰਮੁੱਖ ਮੰਨਿਆ ਜਾਂਦਾ ਹੈ। ਆਪਣੇ ਤੇ ਸਾਰੇ ਹੀ ਪਾਲ ਲੈਂਦੇ ਆ, ਬਗਾਨੇ ਨਹੀਂ ਕੋਈ ਪਾਲਦਾ ਹੈ। ਅੱਜ ਸਿੱਖਾਂ ਵਿੱਚ ਵੀ ਇਦਾਂ ਦੀ ਗੱਲਬਾਤ ਸ਼ੁਰੂ ਹੋ ਰਹੀ ਆ ਵੀ ਆਪਣੇ ਵੀ ਸੰਭੋ, ਵੀ ਠੀਕ ਹੈ, ਪਰ ਨਾਲ ਇਹ ਵੀ ਚੇਤਾ ਰੱਖਣਾ ਪੈਣਾ ਹੈ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸਲਾਮ ਧਰਮ ਦੇ ਵਿੱਚ ਬੜੀਆਂ ਸੁੰਦਰ ਸਾਖੀਆਂ ਦਾਨ ਪੁੰਨ ਤੇ ਆਉਂਦੀਆਂ ਨੇ। ਆਪ ਹੈਰਾਨ ਹੋਵੇ ਕਿ ਆਪਣੇ ਬੜਾ ਪ੍ਰਸਿੱਧ ਬਾਦਸ਼ਾਹ ਮਹਿਮੂਦ ਗਜ਼ਨਵੀ, ਬੜਾ ਇਤਿਹਾਸ ਉਹਦਾ ਭਰਿਆ ਪਿਆ ਹੈ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਲਿਖ ਲਿਖ ਕੇ। ਉਹ ਲਿਖਦੇ ਨੇ ਕਿ ਉਹਨੇ ਕਿਸੇ ਪਵਿੱਤਰ ਥਾਂ ਦੀ ਯਾਤਰਾ ਦਾ ਫਲ ਮੰਗਿਆ ਕਿ ਆ ਫਲਾਨੀ ਜਗ੍ਹਾ ਦੀ ਯਾਤਰਾ ਦਾ ਮੈਨੂੰ ਕੋਈ ਫਲ ਇੱਥੇ ਦੇ ਸਕਦਾ, ਮੈਨੂੰ ਉੱਥੇ ਜਾਣਾ ਨਾ ਪਵੇ। ਬਾਦਸ਼ਾਹ ਹੈ, ਫੌਜਾਂ ਨੇ, ਰਾਜ ਭਾਗ ਨੇ, ਹੋਰ ਦੇਸ਼ਾਂ ਦੇ ਹੋਰ ਕਈ ਕੰਮ ਨੇ, ਇਸ ਕਰਕੇ ਮੈਂ ਤਾਂ ਜਾ ਨਹੀਂ ਸਕਦਾ। ਕੋਈ ਯਤਨ ਹੋਵੇ ਕਿ ਮੈਨੂੰ ਫਲਾਨੀ ਪਵਿੱਤਰ ਜਗ੍ਹਾ ਦੀ ਯਾਤਰਾ ਦਾ ਫਲ ਇੱਥੇ ਹੀ ਪ੍ਰਾਪਤ ਹੋਵੇ। ਤਾਂ ਉਹਨੇ ਸਾਰੇ ਵਜ਼ੀਰਾਂ ਨੂੰ ਪੁੱਛਿਆ। ਉੱਥੇ ਇੱਕ ਗਰੀਬ ਦਰਬਾਰ ਦੇ ਵਿੱਚ ਆਇਆ ਸੀ, ਕੰਮ ਸੀ ਕੋਈ। ਤਾਂ ਉਹ ਗਰੀਬ ਕਹਿੰਦਾ ਜੀ ਮਿਲ ਤੇ ਸਕਦਾ, ਪਰ ਇਹਦੇ ਵਾਸਤੇ 6 ਮਹੀਨੇ ਚਾਲੀਆ ਕੱਟਣਾ ਪਊਗਾ। 6 ਮਹੀਨੇ ਚਲੀਸਾ ਕੱਟਣਾ ਪਊਗਾ, ਚਾਲੀਆ ਕੱਟਣਾ ਪਊਗਾ, ਕਿਉਂਕਿ ਆਤਮ ਬਲ 'ਚ ਜੇ ਤਾਕ ਵਰਿੱਧੀ ਹੋਊਗੀ ਤਾਂ ਹੀ ਫਲ ਇੱਥੇ ਪ੍ਰਾਪਤ ਹੋਊਗਾ। ਵੀ ਮੈਂ ਤੇਰੇ ਨਾਂ ਦਾ 6 ਮਹੀਨੇ ਚਾਲੀਆ ਕੱਟੂੰਗਾ, ਖੁਦਾ ਦਾ ਨਾਂ ਲਊਂਗਾ, ਪਰ ਨਾਲ ਮੇਰੀ ਬੇਨਤੀ ਹੈ ਵੀ ਜਦੋਂ ਮੈਂ 6 ਮਹੀਨੇ ਚਾਲੀਏ ਤੇ ਬਹਿ ਗਿਆ ਤੇ ਮੇਰਾ ਟੱਬਰ ਤੇ ਭੁੱਖਾ ਮਰ ਜਾਊਗਾ। 6 ਮਹੀਨੇ ਵਾਸਤੇ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰੋ, ਚੰਗੀ ਰਿਹਾਇਸ਼ ਦਾ ਪ੍ਰਬੰਧ ਕਰੋ, ਕਿਸੇ ਗੱਲ ਦੀ ਉਹਨਾਂ ਨੂੰ ਕਮੀ ਨਹੀਂ ਆਉਣੀ ਚਾਹੀਦੀ। ਤਾਂ ਮਹਿਮੂਦ ਗਜ਼ਵਨੀ ਨੇ ਤੇ ਹੁਕਮ ਹੀ ਦੇਣਾ ਸੀ, ਉਹਨੇ ਦੇਤਾ ਵੀ ਮੈਨੂੰ ਫਲਾਨੀ ਪਵਿੱਤਰ ਜਗ੍ਹਾ ਦੀ ਯਾਤਰਾ ਦਾ ਫਲ ਇੱਥੇ ਹੀ ਪ੍ਰਾਪਤ ਹੋਵੇ। ਤਾਂ ਚਲੋ ਗਰੀਬ ਜ਼ਿਮੀਂਦਾਰ ਨੇ 6 ਮਹੀਨੇ ਚਾਲੀਆ ਕੱਟਿਆ। 6 ਮਹੀਨਿਆਂ ਬਾਅਦ ਉਹਨੂੰ ਬਾਦਸ਼ਾਹ ਅੱਗੇ ਪੇਸ਼ ਕੀਤਾ ਗਿਆ। ਬਾਦਸ਼ਾਹ ਕਹਿਣ ਲੱਗਾ ਵੀ ਮੈਨੂੰ ਉਹ ਫਲ ਯਾਤਰਾ ਦਾ ਮਿਲਿਆ ਨਹੀਂ ਅਜੇ,
ਕਹਿੰਦਾ ਜੀ ਅਜੇ ਤਪ ਵਿੱਚ ਕਮੀ ਆ, ਐ ਕਰੋ ਤੁਸੀਂ 3-4 ਮਹੀਨੇ ਹੋਰ ਚਾਲੀਆ ਕਟਾਓ ਮੇਰੇ ਤੋਂ, ਤੇ 3-4 ਮਹੀਨੇ ਹੌਲੀ ਹੌਲੀ ਕਰਦਿਆਂ 6 ਮਹੀਨੇ ਤੁਸੀਂ ਹੋਰ ਚਾਲੀਆ ਕਟਾਓ ਮੇਰੇ ਤੋਂ, ਤੇ ਮੈਂ ਖੁਦਾ ਦਾ ਨਾਂ ਜਪੂੰਗਾ ਤੁਹਾਡੇ ਵੰਡੇ, ਤੇ ਤੁਸੀਂ ਮੇਰਾ ਪਰਿਵਾਰ ਪਾਲੋ, ਤਾਂ ਆਪਾਂ ਫਿਰ 6 ਮਹੀਨਿਆਂ ਬਾਅਦ ਗੱਲ ਕਰਦੇ। ਚਲੋ ਬਾਦਸ਼ਾਹ ਨੇ ਆਖਿਆ ਚੱਲ ਕੋਈ ਨਹੀਂ। ਹੋਇਆ ਕਿ ਫਿਰ ਉਹ ਚਾਲੀਆ ਕੱਟਣ ਲੱਗ ਪਿਆ, 6 ਮਹੀਨੇ ਫਿਰ ਲੰਘ ਗਏ, ਸਾਲ ਲੰਘ ਗਿਆ। ਸਾਲ ਬਾਅਦ ਆਇਆ, ਕਹਿੰਦਾ ਬਾਦਸ਼ਾਹ ਤੇਰਾ ਬਹੁਤ ਧੰਨਵਾਦ, ਤੈਨੂੰ ਯਾਤਰਾ ਦਾ ਫਲ ਪ੍ਰਾਪਤ ਹੋ ਗਿਆ। ਉਹ ਵਜ਼ੀਰਾਂ ਨੂੰ ਹੱਸ ਕੇ ਕਹਿਣ ਲੱਗਾ ਵੀ ਇਹ ਗਰੀਬ ਮੈਨੂੰ ਕੀ ਕਹਿੰਦਾ ਪਿਆ, ਮੈਨੂੰ ਕਿੱਦਾਂ ਪਤਾ ਲੱਗੇ ਵੀ ਮੈਨੂੰ ਯਾਤਰਾ ਦਾ ਫਲ ਪ੍ਰਾਪਤ ਹੋ ਗਿਆ। ਉਹ ਗਰੀਬ ਕਹਿਣ ਲੱਗਾ ਤੂੰ 6 ਮਹੀਨੇ ਗਰੀਬ ਦਾ ਪਰਿਵਾਰ ਪਾਲਿਆ, ਫਿਰ 6 ਮਹੀਨੇ ਗਰੀਬ ਦਾ ਪਰਿਵਾਰ ਪਾਲਿਆ, ਤੇ 6 ਮਹੀਨੇ ਤੂੰ ਕਰਾਈ ਮੇਰੇ ਤੋਂ ਬੰਦਗੀ, ਅਜੇ ਵੀ ਨਹੀਂ ਤੈਨੂੰ ਯਾਤਰਾ ਦਾ ਫਲ ਮਿਲਿਆ। ਤਾਂ ਮਹਿਮੂਦ ਗਜ਼ਵਨੀ ਦੇ ਸਿਰ ਝੁਕ ਗਿਆ, ਕਹਿੰਦਾ ਨਹੀਂ ਠੀਕ ਆ। ਤਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਕਿ ਰੰਕਾਨ ਰੰਕ, ਉਹ ਗਰੀਬ ਦੇ ਵਿੱਚ ਗਰੀਬ ਰੂਪ ਹੋ ਕੇ ਬੈਠਾ ਹੈ। ਜਿਹਨੇ ਗਰੀਬ ਦੀ ਮਦਦ ਕੀਤੀ ਉਹਨੂੰ ਫਲ ਪ੍ਰਾਪਤ ਹੁੰਦਾ ਹੀ ਹੈ। ਇਸੇ ਕਰਕੇ ਦੇਖ ਲਓ ਸਿੱਖਾਂ ਦੇ ਵਿੱਚ ਲੰਗਰ ਦੀ ਕਿੱਡੀ ਵੱਡੀ ਪਰੰਪਰਾ ਹੈ। ਜੇ ਕੋਈ ਮੂਰਖ ਕੱਲ ਨੂੰ ਕਵੇ ਵੀ ਉੱਠ ਕੇ ਬੰਦ ਕਰ ਦੋ, ਤੇ ਸਿੱਖਾਂ ਥੋੜੀ ਕਰ ਦੇਣੀ। ਇਸ ਲੰਗਰ ਵੰਡੇ ਤਾਂ ਮਹਾਰਾਜ ਨੇ ਚਪੇੜਾਂ ਖਾ ਲੀਆਂ ਆਪਣੇ ਪਿਤਾ ਤੋਂ, ਇਹ ਤਾਂ ਨਹੀਂ ਬੰਦ ਹੋਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਪਰਮੇਸ਼ਰ ਜੀ, ਤੂੰ ਜਿੱਥੇ ਬਾਲਾਨ ਬਾਲ ਬਜ਼ੁਰਗਾਂ ਦੇ ਵਿੱਚ ਬੈਠਾ ਹੈ, ਬਾਲਾਨ ਬਾਲ ਬੱਚੇ ਵੀ ਤੇਰਾ ਰੂਪ ਨੇ, ਬੱਚਿਆਂ ਵਿੱਚ ਬੈਠਾ, ਉੱਥੇ ਤੀਸਰਾ ਤੇਰਾ ਰੂਪ ਕੀ ਮੰਨੀਏ। ਤਾਂ ਮਹਾਰਾਜ ਕਹਿੰਦੇ ਰੰਕਾਨ ਰੰਕ, ਤੂੰ ਗਰੀਬਾਂ ਦੇ ਵਿੱਚ ਰੰਕ ਰੂਪ ਹੋ ਕੇ ਬੈਠਾ ਹੈ। ਇੱਕ ਹੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਵੈਸੇ 84 ਲੱਖ ਜੂਨਾਂ ਵਿੱਚੋਂ ਕੱਲਾ ਬੰਦਾ ਹੀ ਪੈਸਾ ਕਮਾਉਂਦਾ ਹੈ। ਕਦੇ ਸੋਚਿਆ 84 ਲੱਖ ਜੂਨੀਆਂ ਚੋਂ ਕੱਲਾ ਇਹ ਹੀ ਆ ਜਿਹੜਾ ਪੈਸੇ ਪਿੱਛੇ ਮਰੀ ਜਾਂਦਾ ਹੈ। ਪਰ ਬਾਕੀ ਜੀਵ ਕਦੀ ਭੁੱਖੇ ਨਹੀਂ ਮਰੇ, ਤੇ ਇਹਦੀ ਕਦੀ ਭੁੱਖ ਨਹੀਂ ਪੂਰੀ ਹੁੰਦੀ। 84 ਲੱਖ ਜੂਨੀਆਂ ਵਿੱਚੋਂ ਸਿਰਫ ਇਹੀ ਆ। ਸੰਸਕ੍ਰਿਤ ਦੇ ਵਿੱਚ ਨਾ ਇੱਕ ਬੜਾ ਸੁੰਦਰ ਸ਼ਲੋਕ ਆਉਂਦਾ ਵੀ ਕਿੱਥੇ ਸੰਤੋਖ ਰੱਖਣਾ ਤੇ ਕਿੱਥੇ ਸੰਤੋਖ ਨਹੀਂ ਰੱਖਣਾ। ਤਾਂ ਉੱਥੇ ਲਿਖਿਆ ਵੀ ਸੰਤੋਸ਼ਾ ਤ੍ਰਿਸ਼ੂ ਕਰਤਵਿਆ ਸਵਾਦਾਰੇ ਬੋਝਨੇ ਧਨੇ। ਤਿੰਨਾਂ ਚੀਜ਼ਾਂ 'ਚ ਬੰਦੇ ਨੂੰ ਸੰਤੋਖ ਰੱਖਣਾ ਚਾਹੀਦਾ। ਆਪਣੀ ਦਾਰਾ, ਪ੍ਰਸ਼ਾਦੇ 'ਚ ਤੇ ਪੈਸੇ 'ਚ, ਜਿੰਨਾ ਕਮਾਈ ਤੋਂ ਮਿਲੇ, ਯਥਾ ਲਾਭ ਸੰਤੁਸ਼ਟ। ਤੇ ਤਿੰਨਾਂ ਚੀਜ਼ਾਂ 'ਚ ਕਦੀ ਵੀ ਹੱਥ ਨਹੀਂ ਘੁੱਟਣਾ, ਸੰਤੋਖ ਨਹੀਂ ਕਰਨਾ। ਹੱਥ ਨਹੀਂ ਕਦੀ ਵੀ ਘੁੱਟਣਾ, ਹੱਥ ਪਿਛਾਂਹ ਨਹੀਂ ਖਿੱਚਣਾ। ਉਹ ਕਿਹੜੀਆਂ ਨੇ? ਤ੍ਰਿਸ਼ੂ ਚੈਵ ਨਾ ਕਰਤਵਿਓ ਅਧਿਐਨੇ ਜਪ ਦਾਨਿਓ। ਇੱਕ ਤਾਂ ਕਦੀ ਵੀ ਅਧਿਐਨ ਪੜ੍ਹਨ ਲੱਗਿਆ ਸੰਤੋਖ ਨਹੀਂ ਕਰਨਾ, ਪੜ੍ਹਦੇ ਰਹਿਣਾ ਕੁਝ ਨਾ ਕੁਝ। ਦੂਸਰਾ, ਜਦੋਂ ਜਪ ਕਰਨਾ ਨਾ ਮਹਾਰਾਜ ਦਾ, ਵਾਹਿਗੁਰੂ ਦਾ ਨਾਮ ਜਪਣਾ, ਉਦੋਂ ਕਦੀ ਵੀ ਸੰਤੋਸ਼ ਨਹੀਂ ਕਰਨਾ ਵੀ ਬਸ 10 ਮਿੰਟ ਲਾ ਲਏ ਆ, ਬਸ ਨਾ ਕਰੀਏ ਹੁਣ, ਕਿਉਂ ਮਨ ਤੇ ਬੇਈਮਾਨੀ ਆ। ਚਲੋ ਇੱਕ ਪਾਠ ਸੁਖਮਨੀ ਸਾਹਿਬ ਦਾ ਹੋ ਗਿਆ, ਬਸ ਨਾ ਕਰੀਏ ਹੁਣ। ਤਾਂ ਕਹਿੰਦੇ ਨਾਮ ਜਪ ਦੇ ਵਿੱਚ ਨਹੀਂ ਸੰਤੋਖ ਕਰੀਦਾ। ਤੀਸਰਾ, ਕਿਸੇ ਦੀ ਮਦਦ ਕਰ ਲੱਗਿਆਂ, ਦਾਨ ਕਰ ਲੱਗਿਆਂ ਸੰਤੋਖ ਨਹੀਂ ਕਰਨਾ, ਹੱਥ ਨਹੀਂ ਪਿਛਾਂਹ ਨੂੰ ਖਿੱਚਣਾ। ਸੰਤੋਖ ਦੇ 2 ਅਰਥ ਕੀਤੇ। ਤਾਂ ਮਹਾਰਾਜ ਫਰਮਾਉਂਦੇ ਹਨ, ਹੇ ਸੱਚੇ ਪਾਤਸ਼ਾਹ, ਤੂੰ ਗਰੀਬਾਂ ਦੇ ਵਿੱਚ ਵੀ ਆਪ ਹੀ ਬੈਠਾ ਹੈ। 5 ਵਾਰੀ ਨਹੀਂ, ਗੁਰਬਾਣੀ ਮੁਤਾਬਕ ਕਹਿੰਦੇ ਸਿਰ ਦੇ ਵਾਲ ਫੜ ਕੇ ਬੈਠੀ ਹੈ, ਇੰਨੀ ਨੇੜੇ ਆ ਬੰਦੇ ਦੇ। ਤਾਂ ਮਹਾਰਾਜ ਕੀ ਕਹਿੰਦੇ? ਅਜ਼ਰਾਈਲ ਗ੍ਰਿਫਤਹਿ ਮਮ ਸਰ ਮੂਏ, ਅਜ਼ਰਾਈਲ ਗ੍ਰਿਫਤਹਿ ਦਿਲ ਹੇਚ ਨਾ ਦਾਂਦੀ। ਮਮ ਮੇਰੇ ਸਰ ਸਿਰ ਦੇ ਮੂਏ, ਕੇਸ ਮੌਤ ਨੇ ਗ੍ਰਿਫਤਹਿ ਫੜੇ ਹੋਏ ਨੇ, ਖਬਰ ਨਹੀਂ ਜਾਣੀ ਤੂੰ। ਕੁਝ ਸੁਰਤ ਨਹੀਂ ਆਈ, ਕੁਝ ਹੋਸ਼ ਨਹੀਂ ਆਈ, ਕੁਝ ਅਕਲ ਨਹੀਂ ਆਈ, ਉਮਰ ਇੱਦਾਂ ਹੀ ਲੰਘ ਚੱਲੀ ਹੈ, ਕੋਈ ਪਤਾ ਨਹੀਂ ਲੱਗਾ। ਤਾਂ ਮਹਾਰਾਜ ਫਰਮਾਉਂਦੇ ਹਨ ਕਿ ਕਾਲਾਨ ਕਾਲ, ਬੰਦੇ ਦੇ ਤੇ ਮੌਤ ਇੰਨੀ ਨੇੜੇ ਹੈ।
ਪਰ ਮੌਤ ਵਾਹਿਗੁਰੂ ਪਰਮੇਸ਼ਰ ਉਹ ਕਹਿੰਦੇ ਮੌਤ ਦੀ ਵੀ ਮੌਤ, ਕਿਉਂ ਜਿਹੜਾ ਕਾਲ ਆ ਸਮਾਂ ਵਾ ਇਹ ਵੀ ਜਦੋਂ ਖਤਮ ਹੋ ਜਾਂਦਾ ਹੈ ਤਾਂ ਉਦੋਂ ਕੌਣ ਰਹਿ ਜਾਂਦਾ? ਸਿਰਫ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਯਮ ਆਦਿਕਾਂ ਦੀ ਵੀ ਮੌਤ, ਫਰਿਸ਼ਤਿਆਂ ਆਦਿਕਾਂ ਦੀ ਵੀ ਵਾਹਿਗੁਰੂ ਪਰਮੇਸ਼ਰ ਜੀ ਮੌਤ ਮੰਨੇ ਗਏ ਹਨ। ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ ਹਜ਼ਰਤ ਈਸਾ ਮਸੀਹ ਜੀ ਦੀ। ਇੱਕ ਇਜ਼ਰਾਈਲੀ ਆਪਣੀ ਘਰਵਾਲੀ ਦੀ ਕਬਰ ਤੇ 10 ਸਾਲ ਰੋਂਦਾ ਰਿਹਾ। ਉਹਦੀ ਘਰਵਾਲੀ ਬੜੀ ਸੁੰਦਰ ਸੀ, ਬੜਾ ਸੋਹਣਾ ਉਹਦਾ ਰੂਪ ਸੀ। ਜਦੋਂ ਹੁਣ ਮੌਤ ਹੋ ਗਈ ਤਾਂ ਉਹ ਇੰਨਾ ਦੁੱਖ ਲੱਗਾ ਵੀ ਉਹਦੀ ਕਬਰ ਤੇ ਬੈਠਾ 10 ਸਾਲ ਰੋਂਦਾ ਰਿਹਾ। ਹਜ਼ਰਤ ਸਾਹਿਬ ਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ ਵੀ ਇਸ ਸੰਸਾਰ ਦੇ ਵਿੱਚ ਜਿਹੜਾ ਵੀ ਆਇਆ ਹੈ ਜਾਣਾ ਪੈਣਾ ਹੈ, ਇਸ ਕਰਕੇ ਸਮਝਾਓ ਉਹਨੂੰ। ਸਮਝਾਉਣ ਵਾਸਤੇ ਹੀ ਤੇ ਤੁਹਾਨੂੰ ਦੁਨੀਆ 'ਚ ਭੇਜਿਆ, ਹੋਰ ਕਾਹਦੇ ਵਾਸਤੇ ਭੇਜਿਆ? ਤਾਂ ਨਬੀ ਸਾਹਿਬ ਆਏ, ਆਣ ਕੇ ਕਹਿਣ ਲੱਗੇ, ਹੁਣ ਸੰਤਾਂ ਦਾ ਤਰੀਕਾ ਹੁੰਦਾ ਹੈ, ਸੰਤਾਂ ਨੇ ਸਮਝਾਉਣਾ ਸੀ ਮਹਾਂਪੁਰਸ਼ਾਂ ਨੇ ਵੀ ਜਿਹਨੂੰ ਰੋਣ ਡਿਆ ਇੰਨੇ ਨਹੀਂ ਆਉਣਾ ਦੁਬਾਰਾ, ਉੱਠ ਤਾਂ ਤੇ ਰੱਬ ਦਾ ਨਾਂ ਜਪ। ਪਰ ਨਬੀ ਸਾਹਿਬ ਨੂੰ, ਹਜ਼ਰਤ ਸਾਹਿਬ ਨੂੰ ਪਤਾ ਸੀ ਵੀ ਜਿਹੜਾ ਬੰਦਾ 10 ਸਾਲ ਉਹਨੂੰ ਰੋਈ ਗਿਆ ਵਾ, ਉਹਨੇ ਏਡੀ ਛੇਤੀ ਥੋੜਾ ਮੇਰਾ ਅਸਰ ਕਰ ਲੈਣਾ। ਤਾਂ ਇਹਨਾਂ ਤੋਂ ਯੁਕਤੀ ਬੜੀ ਹੁੰਦੀ ਹੈ, ਮਹਾਂਪੁਰਸ਼ਾਂ ਕੋਲ ਸਮਝਾਉਣ ਦਾ ਤਰੀਕਾ ਬਹੁਤ ਹੁੰਦਾ ਹੈ। ਤਾਂ ਹਜ਼ਰਤ ਸਾਹਿਬ ਨੇ ਫਿਰ ਨਾ ਦੂਜਾ ਤਰੀਕਾ ਵਰਤਿਆ, ਸਿੱਧਾ ਨਹੀਂ ਆਖਿਆ ਉੱਠ ਇੱਥੋਂ, ਇਹਨੇ ਨਹੀਂ ਜਿਉਂਦੀ ਹੋਣਾ, ਉਹਦਾ ਦਿਲ ਟੁੱਟ ਜਾਣਾ ਹੀ। ਫਿਰ ਕਹਿੰਦੇ ਜੇ ਮੈਂ ਇਹਨੂੰ ਜਿਉਂਦੀ ਕਰਦਾ ਫਿਰ ਖੁਦਾ ਨੂੰ ਮੰਨੇਗਾ? ਉਹ ਕਹਿੰਦਾ ਜੀ ਹੋਰ ਕੀ ਚਾਹੀਦਾ ਹੈ। ਪਰ ਕਹਿੰਦੇ ਇੱਕ ਗੱਲ ਹੈ, ਜੇ ਮੈਂ ਇਹਨੂੰ ਜਿਉਂਦੀ ਕਰਤਾ ਤੇ ਮਰਨਾ ਤੇ ਫੇਰ ਵੀ ਪੈਣਾ, ਇਸ ਕਰਕੇ ਤੂੰ ਜਿੱਦ ਕਿਉਂ ਕਰਦਾ ਹੈ? ਤੇ ਜਿਹਦੇ ਪਿੱਛੇ ਤੂੰ ਰੋਂਦਾ ਪਿਆ ਹੈ, ਇਸ ਜਿਹੜਾ ਸੰਸਾਰ ਹੈ ਇਹ ਸਭ ਮਤਲਬ ਤੇ ਖਲੋਤਾ ਹੈ। ਉਹ ਕਹਿੰਦਾ ਜੀ ਮੈਂ ਕਿੱਦਾਂ ਜਾਣਾ, ਇਹ ਤਾਂ ਮੇਰੇ ਨਾਲ ਬਹੁਤ ਤੇਹ ਕਰਦੀ ਸੀ, ਮੁਹੱਬਤ ਕਰਦੀ ਸੀ, ਮੇਰੇ ਬਿਨਾਂ ਤੇ ਰੋਟੀ ਨਹੀਂ ਸੀ ਖਾਂਦੀ, ਮਰਦੀ ਸੀ। ਤੇ ਮੈਂ ਵੀ ਜਿੰਨਾ ਚਿਰ ਇਹਦਾ ਮੂੰਹ ਨਾ ਵੇਖ ਲਾਂ ਮੇਰੀ ਵੀ ਭੁੱਖ ਪਿਆਸ ਨਹੀਂ ਸੀ ਲੈਂਦੀ, ਠੰਡ ਨਹੀਂ ਸੀ ਪੈਂਦੀ। ਨਬੀ ਸਾਹਿਬ ਕਹਿਣ ਲੱਗੇ ਇਹ ਸਭ ਮੋਹ ਦੀਆਂ ਗੱਲਾਂ ਨੇ, ਇਹ ਸੱਚ ਨਹੀਂ, ਸੱਚ ਬਹੁਤ ਕੌੜਾ ਹੈ, ਦਿਖਾਈਏ ਤੈਨੂੰ ਫਿਰ। ਤਾਂ ਨਬੀ ਸਾਹਿਬ ਨੇ ਫਿਰ ਯੁਕਤੀ ਵਰਤੀ ਵੀ ਇਦਾਂ ਤੇ ਨਾ ਮੰਨਣਾ ਨਹੀਂ, ਚੱਲ ਇਹਨੂੰ ਸੱਚ ਦਿਖਾ ਹੀ ਦਿੰਨੇ। ਫਿਰ ਖੁਦਾ ਨਾਲ ਜੋੜਨਾ ਸੀ ਵੀ 10 ਸਾਲ ਹੋ ਗਏ ਕਬਰ ਤੇ ਰੋਂਦੇ ਨੂੰ। ਤਾਂ ਨਬੀ ਸਾਹਿਬ ਨੇ ਕੀ ਆਖਿਆ, ਐ ਸਾਹਿਬੇ ਕਬਰ, ਖੁਦਾ ਦੇ ਹੁਕਮ ਨਾਲ ਜਿਉਂਦੀ ਹੋ। ਕਬਰ ਦੇ ਵਿੱਚੋਂ ਇੱਕ ਲਾਸ਼ ਨਿਕਲੀ ਜਿਹਦਾ ਰੂਪ ਬੜਾ ਭਿਆਨਕ, ਤੇ ਉਹ ਕਬਰ ਦੇ ਵਿੱਚੋਂ ਜਿਹੜੀ ਲਾਸ਼ ਨਿਕਲੀ ਉਹ ਕਿਸੇ ਹਬਸ਼ੀ ਦੀ ਲਾਸ਼ ਸੀ। ਇਹ ਡਰ ਗਿਆ ਵੇਖ ਕੇ ਇਜ਼ਰਾਈਲੀ, ਜਿਹੜਾ 10 ਸਾਲ ਕਬਰ ਤੇ ਰੋਂਦਾ ਰਿਹਾ। ਕਹਿੰਦਾ ਨਬੀ ਸਾਹਿਬ ਗਲਤੀ ਹੋ ਗਈ, ਇਹ ਮੇਰੀ ਘਰ ਵਾਲੀ ਦੀ ਕਬਰ ਹੀ ਨਹੀਂ ਆ ਜਿੱਥੇ ਮੈਂ 10 ਸਾਲ ਰੋਈ ਗਿਆ। ਆਖੋ ਸਤਨਾਮ। ਇਹ ਤਾਂ ਕਬਰ ਹੀ ਨਹੀਂ ਉਹਦੀ, ਤੁਸੀਂ ਕਿਰਪਾ ਕਰੋ। ਨਬੀ ਸਾਹਿਬ ਕਹਿੰਦੇ ਚੱਲ ਕੋਈ ਨਹੀਂ। ਕਹਿੰਦੇ ਫਿਰ ਕਿਹੜੀ ਆ? ਕਹਿੰਦਾ ਜੀ ਨਾਲ ਦੀ। ਕਹਿੰਦੇ ਵੇਖ ਲਾ ਚੰਗੀ ਤਰ੍ਹਾਂ, ਫਿਰ ਹੋਰ ਨਾ ਕੋਈ ਨਿਕਲ ਆਵੇ। ਤਾਂ ਨਬੀ ਸਾਹਿਬ ਕਹਿਣ ਲੱਗੇ ਐ ਸਾਹਿਬੇ ਕਬਰ, ਖੁਦਾ ਦੇ ਹੁਕਮ ਨਾਲ ਜਿਉਂਦੀ ਹੋ। ਤਾਂ ਉਹਦੇ ਵਿੱਚੋਂ ਫਿਰ ਇੱਕ ਔਰਤ ਨਿਕਲੀ ਜਿਹਦਾ ਰੂਪ ਕਹਿੰਦੇ ਬੜਾ ਸੁੰਦਰ ਸੀ। ਕਹਿੰਦਾ ਹਾਂ ਇਹ ਮੇਰੀ ਘਰ ਵਾਲੀ ਹੈ। ਤਾਂ ਨਬੀ ਸਾਹਿਬ ਕਹਿੰਦੇ ਚੰਗਾ ਬਈ ਖੁਦਾ ਦਾ ਨਾਂ ਜਪਿਆ ਕਰ। ਆਪ ਹੋਰ ਕਿਸੇ ਕੰਮ ਚਲੇ ਗਏ, ਉਹਨੂੰ ਜਿਉਂਦੀ ਕਰਕੇ ਕਬਰ ਚੋਂ। ਤਾਂ ਇਹ ਜਿਹੜਾ 10 ਸਾਲ ਉਹਦੀ ਕਬਰ ਤੇ ਰੋਂਦਾ ਰਿਹਾ, ਇਹਨੂੰ ਸੱਚ ਵਿਖਾਉਣਾ ਸੀ ਨਾ। ਤਾਂ ਹੋਇਆ ਕੀ ਵੀ ਇਹ ਕਹਿਣ ਲੱਗਾ ਆਪਦੀ ਘਰ ਵਾਲੀ ਨੂੰ ਵੀ ਮੈਂ 10 ਸਾਲ ਤੇਰੇ ਪਿੱਛੇ ਰੋਂਦਾ ਰਿਹਾ, ਮੈਂ ਤੇ ਸਵਾਦ ਨਾਲ ਸੁੱਤਾ ਹੀ ਨਹੀਂ,
ਮੈਂ ਸਵਾਦ ਨੇ ਖਾਧਾ ਹੀ ਨਹੀਂ, ਪੀਤਾ ਹੀ ਨਹੀਂ, ਤੇ ਹੁਣ ਜਦੋਂ ਮੇਰਾ ਕੰਮ ਹੋ ਗਿਆ ਵਾ, ਸਫਲਤਾ ਮਿਲ ਗਈ ਆ, ਤੇ ਮੈਂ ਸੌਂ ਨਾ ਲਵਾਂ। ਉਹ ਕਹਿੰਦੀ ਸੌਂ ਲਾ, ਠੀਕ ਆ। ਚਲੋ ਸੌਂ ਗਿਆ। ਇੰਨੇ ਚਿਰ ਨੂੰ ਇੱਕ ਸ਼ਹਿਜ਼ਾਦਾ ਲੰਘਿਆ, ਉਹਨੇ ਦੇਖਿਆ ਵੀ ਏਡੀ ਖੂਬਸੂਰਤ ਔਰਤ ਇੱਥੇ ਕਬਰਾਂ 'ਚ ਬੈਠੀ ਕੀ ਕਰਦੀ ਹੈ। ਉਹ ਉਹਨੂੰ ਚੜਾ ਕੇ ਨਾਲ ਲੈ ਗਿਆ। ਇਹ ਜਦੋਂ ਸੁੱਤਾ ਉੱਠਿਆ ਤੇ ਉੱਥੇ ਕੁਝ ਵੀ ਨਾ। ਪੁੱਛਦਾ ਪਛਾਉਂਦਿਆਂ ਦੱਸ ਪੈਂਦੀ, ਪਤਾ ਲੱਗਾ ਵੀ ਫਲਾਨੀ ਜਗ੍ਹਾ ਦਾ ਸ਼ਹਿਜ਼ਾਦਾ। ਉੱਥੇ ਪਿੱਛੇ ਗਿਆ, ਜਾ ਕੇ ਸ਼ਹਿਜ਼ਾਦੇ ਨੂੰ ਬੇਨਤੀ ਕੀਤੀ ਵੀ ਤੂੰ ਭੁਲੇਖੇ ਨਾਲ ਲੈ ਆਇਆ, ਇਹ ਮੇਰੀ ਘਰ ਵਾਲੀ ਹੈ। ਹੁਣ ਤਗੜਾ ਬੰਦਾ ਸੀ, ਉਹਨੇ ਮੰਨਣਾ ਸੀ। ਉਹ ਕਹਿੰਦਾ ਨਹੀਂ, ਇਹ ਮੇਰੀ ਦਾਸੀ ਆ, ਮੈਂ ਨਹੀਂ ਦੇਣੀ। ਉਹ ਇਜ਼ਰਾਈਲੀ ਰੋਣ ਕਰਲਾਉਣ ਲੱਗਾ। ਨਬੀ ਸਾਹਿਬ ਆ ਗਏ, ਆਣ ਕੇ ਨਬੀ ਸਾਹਿਬ ਨੂੰ ਬੇਨਤੀ ਕੀਤੀ। ਨਬੀ ਸਾਹਿਬ ਵੀ ਉੱਥੇ ਆ ਗਏ, ਹਜ਼ਰਤ ਈਸਾ ਜੀ। ਤਾਂ ਉਹ ਕਹਿਣ ਲੱਗੇ, ਇਜ਼ਰਾਈਲੀ ਕਹਿਣ ਲੱਗਾ, ਮਹਾਰਾਜ ਆ ਸ਼ਹਿਜ਼ਾਦਾ ਮੇਰੇ ਨਾਲ ਧੱਕਾ ਕਰਦਾ ਹੈ ਵੀ 10 ਸਾਲ ਪਹਿਲਾਂ ਮੈਂ ਰੋਂਦਾ ਰਿਹਾ, ਹੁਣ ਇਹ ਬਹਾ ਕੇ ਲੈ ਆਇਆ ਵੀ ਤੁਸੀਂ ਇਹਨੂੰ ਦੱਸੋ ਇਹ ਮੇਰੀ ਘਰ ਵਾਲੀ ਆ। ਨਬੀ ਸਾਹਿਬ ਕਹਿਣ ਲੱਗੇ ਵੀ ਇਹਦੀ ਘਰ ਵਾਲੀ ਆ, ਇੱਦਾਂ ਨਾ ਕਰ। ਉਹ ਸ਼ਹਿਜ਼ਾਦਾ ਕਹਿੰਦਾ ਜੀ ਤੁਸੀਂ ਉਹਨੂੰ ਪੁੱਛ ਲਓ, ਹਾਂ ਉਹ ਇਹਦੀ ਘਰ ਵਾਲੀ ਆ ਕਿ ਮੇਰੀ ਦਾਸੀ ਆ। ਉਹ ਜਿਹੜੀ ਔਰਤ 10 ਸਾਲਾਂ ਬਾਅਦ ਜਿਉਂਦੀ ਹੋਈ ਸੀ, ਉਹ ਕਹਿਣ ਲੱਗੀ ਵੀ ਮੈਂ ਨਹੀਂ ਇਹਨੂੰ ਜਾਣਦੀ, ਇਹ ਕੌਣ ਆ, ਮੈਂ ਤੇ ਸ਼ਹਿਜ਼ਾਦੇ ਦੀ ਦਾਸੀ। ਫਿਰ ਉਹਦਾ ਦਿਲ ਟੁੱਟਾ, ਫਿਰ ਉਹਦੇ ਭੁਲੇਖੇ ਨਿਕਲੇ ਸਾਰੇ। ਨਬੀ ਸਾਹਿਬ ਹੱਸ ਕੇ ਕਹਿਣ ਲੱਗੇ ਉਸ ਔਰਤ ਨੂੰ, ਕਹਿੰਦੇ ਤੈਨੂੰ ਮੈਂ ਜਿਉਂਦਾ ਕੀਤਾ ਵਾ। ਉਹ ਮੁੱਕਰੀ ਗਈ। ਕਹਿੰਦੇ ਤੁਹਾਨੂੰ ਭੁਲੇਖਾ ਹੋਣਾ ਵਾ, ਮੈਨੂੰ ਨਹੀਂ ਤੁਸੀਂ ਜਿਉਂਦਾ ਕੀਤਾ। ਕੋਈ ਕਰ ਸਕਦਾ ਕਿਸੇ ਨੂੰ ਜਿਉਂਦਾ? ਬਈ ਕੋਈ ਵੀ ਨਹੀਂ ਕਰ ਸਕਦਾ ਕਿਸੇ ਨੂੰ ਜਿਉਂਦਾ। ਜਿਹੜੇ ਮਰ ਗਏ ਮਰ ਗਏ, ਅਜੇ ਤੱਕ ਤੇ ਹੋਏ ਨਹੀਂ। ਚੱਲ ਨਬੀ ਸਾਹਿਬ ਕਹਿਣ ਲੱਗੇ ਚੰਗਾ, ਫਿਰ ਜਿਸ ਖੁਦਾ ਦੇ ਹੁਕਮ ਨਾਲ ਤੇਰੇ 'ਚ ਰੂਹ ਪ੍ਰਵੇਸ਼ ਕੀਤੀ ਹੈ, ਉਸ ਖੁਦਾ ਦੇ ਹੁਕਮ ਦੇ ਨਾਲ ਮੈਂ ਉਸ ਰੂਹ ਨੂੰ ਤੇਰੇ ਸਰੀਰ 'ਚੋਂ ਯਾਦ ਕਰਦਾ। ਉਸੇ ਵੇਲੇ ਉਹਦੀ ਧੜਮ ਕਰਕੇ ਲਾਸ਼ ਥੱਲੇ ਡਿੱਗ ਪਈ। ਉਸ ਇਜ਼ਰਾਈਲੀ ਦੇ ਮੋਢੇ ਤੇ ਹੱਥ ਮਾਰ ਕੇ ਕਹਿੰਦੇ ਸੁਣਾ, ਇਹ ਸੰਸਾਰ ਜਿਹੜਾ ਵਾ ਮਤਲਬ ਤੇ ਖਲੋਤਾ, ਤੇਰੇ ਪੱਲੇ ਸੁੱਖ ਨਹੀਂ ਸੀ, ਉਹ ਸ਼ਹਿਜ਼ਾਦੇ ਨਾਲ ਚਲੇਗੀ। ਇਸ ਕਰਕੇ ਭਾਈ ਤੂੰ ਭੁਲੇਖੇ 'ਚ ਨਾ ਰਹਿ। ਜਿਹੜਾ ਇੱਥੇ ਆਇਆ ਹੈ ਉਹਨੂੰ ਮਰਨਾ ਪੈਣਾ ਹੈ, ਕਿਸੇ ਬਹਾਨੇ ਮਰੇ। ਤਾਂ ਇਸ ਕਰਕੇ ਗੁਰਬਾਣੀ ਕੀ ਕਹਿੰਦੀ ਹੈ ਕਿ ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਵੀ ਸਿਰ ਦੇ ਵਾਲ ਮੌਤ ਨੇ ਫੜੇ ਹੋਏ ਨੇ। ਕੁਝ ਹੋਸ਼ ਕਰ, ਕੁਝ ਸੁਰਤ ਕਰ। ਸਮਾਂ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਲੰਘਦਾ ਜਾ ਰਿਹਾ ਹੈ। ਤਾਂ ਕਲਗੀਧਰ ਜੀ ਫਰਮਾਉਂਦੇ ਨੇ, ਬੰਦੇ ਦੀ ਗੱਲ ਛੱਡੋ, ਉਹ ਤਾਂ ਕਾਲ ਸਮੇਂ ਨੂੰ ਵੀ ਖਤਮ ਕਰ ਦਿੰਦਾ ਹੈ। ਜਦੋਂ ਹੁਣ ਫਿਰ ਸਮਾਂ ਇਜਾਜ਼ਤ ਨਹੀਂ ਦਿੰਦਾ, ਤਾਂ ਉਹ ਸਮੇਂ ਨੂੰ ਵੀ ਖਤਮ ਕਰਨ ਵਾਲਾ ਪਰਮੇਸ਼ਰ ਹੈ। ਕਾਲ ਦਾ ਵੀ ਕਾਲ ਉਹ ਮੰਨਿਆ ਜਾਂਦਾ ਹੈ। ਅਨਭੂਤ ਅੰਗ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਜਿਹੜੇ ਅੰਗ ਨੇ ਉਹ ਇੰਨੇ ਕੁ ਸੁੰਦਰ ਨੇ ਕਿ ਉਹਨਾਂ ਵਾਸਤੇ ਕੋਈ ਦੁਨਿਆਵੀ ਸ਼ਬਦ ਨਹੀਂ ਵੀ ਫਲਾਣੇ ਵਰਗੇ ਸੁੰਦਰ ਨੇ। ਉਹ ਇੰਨੇ ਕੁ ਸੁੰਦਰ ਨੇ ਕਿ ਉਹਨਾਂ ਵਾਸਤੇ ਇਹੀ ਸ਼ਬਦ ਆ, ਅਨਭੂਤ, ਅਸਚਰਜ ਨੇ ਬਸ, ਜਿਨ੍ਹਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਐਸੀ ਸੁੰਦਰਤਾ ਵਾਲੇ ਉਸ ਵਾਹਿਗੁਰੂ ਦੇ ਅੰਗ ਮੰਨੇ ਜਾਂਦੇ ਹਨ, ਜਾਂ ਉਸ ਵਾਹਿਗੁਰੂ ਜੀ ਦਾ ਸਰੂਪ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਆਪਾ ਅਪੰਗ ਆਪਾ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਦੁੱਤ ਹੈ, ਸ਼ੋਭਾ ਹੈ, ਉਹ ਵੀ ਅਭੰਗ, ਨਾਸ ਤੋਂ ਰਹਿਤ ਹੈ। ਆਪਾਂ ਗੁਰਬਾਣੀ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਇਹ ਪਵਿੱਤਰ ਬਚਨ ਪੜ੍ਹਦੇ ਹਾਂ। ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪੱਗ ਛਾਰਾ। ਉਹ ਇੰਨਾ ਕੁ ਸੋਹਣਾ ਹੈ ਵਾਹਿਗੁਰੂ ਪਰਮੇਸ਼ਰ। ਵੈਸੇ ਦੁਨਿਆਵੀ ਅਖਾਣ ਆ ਨਾ ਵੀ ਹੁਸਨ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ, ਪਰ ਉਸ ਵਾਹਿਗੁਰੂ ਦਾ ਜਿਹੜਾ ਹੁਸਨ ਆ, ਆਭਾ ਵਾ, ਦੋਤਾ, ਸ਼ੋਭਾ ਵਾ, ਸੁੰਦਰਤਾ ਵਾ, ਉਹ ਨਹੀਂ ਖਤਮ ਹੁੰਦੀ।
ਉਹ ਅਭੰਗ ਨਾਸ ਤੋਂ ਰਹਿਤ ਰਹਿੰਦੀ ਹੈ। ਆਪਾਂ ਪੜ੍ਹਦੇ ਹਾਂ, ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ। ਉਹਦੀ ਜਿਹੜੀ ਸੋਭਾ ਵਾ, ਦੁਤੀ ਆ, ਕ੍ਰਾਂਤੀ ਆ, ਚਿਹਰੇ ਦੀ ਸੁੰਦਰਤਾ ਵਾ, ਸੁਹੱਪਣਾ ਵਾਹਿਗੁਰੂ ਪਰਮੇਸ਼ਰ ਦਾ, ਉਹ ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਬਣਿਆ ਰਹਿੰਦਾ ਹੈ। ਗਤ ਮਿਤ ਅਪਾਰ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਗਤ ਪ੍ਰਾਪਤੀ ਮਿਤ ਮਰਿਆਦਾ, ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਮਰਿਆਦਾ ਮਿਤ ਹੈ, ਇਹ ਅਪਾਰ, ਇਹ ਵੀ ਪਾਰਾਵਾਰ ਤੋਂ ਰਹਿਤ ਹੈ। ਭਾਵ ਅਪਾਰ ਮੈਨੇ ਇਹ ਵੀ ਸਮਝ ਤੋਂ ਪਰੇ ਹੈ ਵੀ ਕਿਹੜੇ ਕਰਮ ਕਰਕੇ ਆਪ ਜੀ ਦੀ ਪ੍ਰਾਪਤੀ ਹੁੰਦੀ ਹੈ। ਹੁਣ ਜੇ ਕੋਈ ਮਾਣ ਕਰੇ ਨਾ ਵੀ ਐਸ ਕਰਮ ਕਰਕੇ ਹੀ ਰੱਬ ਮਿਲਦਾ ਹੈ, ਤਾਂ ਮਹਾਰਾਜ ਨਹੀਂ ਮਿਲਦਾ। ਗੁਰਬਾਣੀ ਦੇ ਵਿੱਚ ਬੜੇ ਸੁੰਦਰ ਬਚਨ ਕੀਤੇ ਨੇ। ਕਿਆ ਸੇਵ ਕਮਾਵੂੰ, ਕਿਆ ਕਹਿ ਰਿਝਾਵੂੰ, ਬਿਦ ਕਿਤ ਪਾਵੂੰ ਦਰਸਾਰੇ। ਕਿਹੜੀ ਤੇਰੀ ਸੇਵਾ ਕਰਾਂ ਜਿਸ ਕਰਕੇ ਮੈਨੂੰ ਆਪ ਜੀ ਦੇ ਦਰਸ਼ਨ ਹੋਣ। ਜਾਂ ਫਿਰ ਮਹਾਰਾਜ ਜੀ ਕਹਿੰਦੇ, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਵੀ ਆਖ ਨਾ ਜਾਪਈ, ਜੇ ਕਿਸੇ ਆਣੇ ਰਾਸ। ਨਾਨਕ ਗੁਰਮੁਖ ਜਾਣੀਏ, ਜਾ ਕੋ ਆਪ ਕਰੇ ਪ੍ਰਗਾਸ। ਜਾਂ ਫਿਰ ਇੱਕ ਬੜਾ ਪ੍ਰਸਿੱਧ ਸ਼ਬਦ, ਰਾਜਾ ਸ੍ਰਿਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਇਸ ਸ਼ਬਦ ਦੇ ਵਿੱਚ ਉਸ ਵਾਹਿਗੁਰੂ ਦੀ ਜਿਹੜੀ ਮਰਿਆਦਾ ਹੈ, ਉਹਦੇ ਬਾਰੇ ਬੜੇ ਸੁੰਦਰ ਬਚਨ ਕੀਤੇ ਵੀ ਸਮਝ ਤੋਂ ਪਰੇ ਆ। ਹੱਸ ਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਇਸ ਕਰਕੇ ਆਪ ਜੀ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ, ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਮਾਣ ਨਹੀਂ ਕਰ ਸਕਦਾ, ਹਉਮੈ ਨਹੀਂ ਕਰ ਸਕਦਾ। ਸਤਿਗੁਰੂ ਜੀ ਨੇ ਬਚਨ ਕੀਤੇ ਨਾ, ਘਾਲ ਆਪਣੇ ਘਾਲ ਨਾ ਸੇਵ ਨਾ ਮਿਲਿਓ, ਘਾਲ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਹੁਣ ਇਹਦਾ ਕੀ ਅਰਥ ਹੋਵੇਗਾ? ਤਾਂ ਵਾਹਿਗੁਰੂ ਜਦੋਂ ਵੀ ਮਿਲਦਾ ਆਪਣੀ ਕਿਰਪਾ ਨਾਲ ਮਿਲਦਾ ਹੈ, ਆਪਣੇ ਤਰਸ ਕਰਕੇ ਮਿਲਦਾ ਹੈ। ਜਿਹੜੇ ਯਤਨ ਨੇ ਉਹਨਾਂ ਦੀ ਸਫਲਤਾ ਵਾਹਿਗੁਰੂ ਦੀ ਕਿਰਪਾ ਕਰਕੇ ਹੀ ਹੁੰਦੀ ਹੈ। ਗੁਣ ਗਨ ਉਦਾਰ। ਇਹ ਸੱਚੇ ਪਾਤਸ਼ਾਹ, ਕਿਸੇ 'ਚ ਇੱਕ ਗੁਣ, ਕਿਸੇ 'ਚ ਦੋ ਹੋਣਗੇ, ਕਿਸੇ 4 ਹੋਣਗੇ, ਪਰ ਆਪ ਜੀ ਦੇ ਵਿੱਚ ਉਦਾਰਤਾ ਵਾਲੇ ਜਿਹੜੇ ਸ਼ੁਭ ਗੁਣ ਨੇ, ਉਦਾਰਤਾ ਵਰਗੇ, ਉਦਾਰਤਾ, ਭਗਤ ਵਤਸਲ, ਪਤਿਤ ਪਾਵਨ, ਹੋਰ ਕਿੰਨੇ ਅੰਤਰਜਾਮੀ, ਗਿਆਨਵਾਨ, ਖਟ ਭਗਾ ਸੰਪੰਨ ਕਿਹਾ ਗਿਆ ਪਰਮੇਸ਼ਰ ਨੂੰ। ਇਹ ਸਾਰੇ ਹੀ ਗੁਣ ਜਿਹੜੇ ਨੇ, ਇਹ ਗਨ ਸਮੂਹ ਹੀ ਆਪ ਜੀ ਦੇ ਵਿੱਚ ਰਹਿੰਦੇ ਹਨ, ਕੋਈ ਇੱਕ ਅੱਧਾ ਗੁਣ ਨਹੀਂ। ਹੇ ਸੱਚੇ ਪਾਤਸ਼ਾਹ ਜੀ, ਆਪ ਤੇ ਗੁਣਾਂ ਦੇ ਸਮੁੰਦਰ ਹੋ। ਮਨ ਗਨ ਪ੍ਰਣਾਮ। ਇਸੇ ਕਰਕੇ ਜਿਹੜੇ ਮੁਨੀ ਮਨਨਸ਼ੀਲ ਲੋਕ ਨੇ, ਸਾਧੂ ਲੋਕ ਨੇ, ਉਹ ਗਨ ਸਾਰੇ ਹੀ ਹੱਥ ਜੋੜ ਜੋੜ ਕੇ ਆਪ ਜੀ ਨੂੰ ਨਮਸਕਾਰਾਂ ਕਰਦੇ ਹਨ ਕਿ ਵਾਹਿਗੁਰੂ ਤੋਂ ਵੱਡਾ ਕੋਈ ਨਹੀਂ। ਨਿਰਭੈ ਨਿਰਕਾਮ। ਇਹ ਵਾਹਿਗੁਰੂ ਜੀ, ਆਪ ਜੀ ਨਿਰਭਉ ਹੋ, ਔਰ ਕੋਈ ਕਿਸੇ ਤਰ੍ਹਾਂ ਦੀ ਲਾਲਸਾ ਨਹੀਂ, ਕਾਮਨਾ ਨਹੀਂ, ਲੋਭ ਨਹੀਂ, ਲਾਲਚ ਨਹੀਂ। ਆਪ ਜੀ ਦੇ ਅੰਦਰ ਨਿਸ਼ਕਾਮ ਹੋ। ਅਤ ਦੁਤ ਪ੍ਰਚੰਡ। ਆਪ ਜੀ ਦੀ ਜਿਹੜੀ ਦੁਤੀ ਹੈ, ਉਹ ਅਤ ਬਹੁਤੀ ਹੀ ਪ੍ਰਚੰਡ ਜਗਮਗਾ ਰਹੀ ਹੈ, ਜਿਸ ਨੂੰ ਹਰ ਕੋਈ ਸਹਿਨ ਨਹੀਂ ਕਰ ਸਕਦਾ ਹੈ। ਜਿਵੇਂ ਹਜ਼ਰਤ ਮੂਸਾ ਸਾਹਿਬ ਨੇ ਆਖਿਆ ਸੀ ਨਾ, ਖੁਦਾ ਦਰਸ਼ਨ ਕਰਾ। ਮਹਾਰਾਜ ਕਹਿੰਦੇ ਝੱਲਿਆ ਨਹੀਂ ਜਾਣਾ। ਜਿਸ ਪਹਾੜ ਤੇ ਮਹਾਰਾਜ ਨੇ ਆਪਣਾ ਚਮਕਾਰਾ ਦਿਖਾਇਆ, ਉਹ ਸਾਰਾ ਪਹਾੜ ਸੜ ਕੇ ਸਵਾਹ ਹੋਇਆ। ਇਹਨੂੰ ਕੋਈ ਤੂਰ ਪਹਾੜ ਕਹਿ ਦਿੰਦੇ ਨੇ, ਅੱਖਾਂ 'ਚ ਉਹਦਾ ਸੁਰਮਾ ਪੈਂਦਾ ਹੈ ਬਣ ਕੇ। ਤਾਂ ਆਪ ਜੀ ਦੀ ਜਿਹੜੀ ਦੁਤੀ ਹੈ, ਅਤ ਬਹੁਤੀ ਹੀ ਅਤਿਅੰਤ ਪ੍ਰਚੰਡ ਜਗਮਗਾ ਰਹੀ ਹੈ, ਜਿਸ ਨੂੰ ਹਰ ਕੋਈ ਸਹਿਨ ਨਹੀਂ ਕਰ ਸਕਦਾ। ਮਿਤ ਗਤ ਅਖੰਡ। ਇਹ ਅਕਾਲ ਪੁਰਖ ਜੀ, ਤੇਰੀ ਰਚੀ ਹੋਈ ਸੰਸਾਰਕ ਮਰਿਆਦਾ ਦੀ ਜਿਹੜੀ ਗਤੀ
ਚਾਲ ਰਹੁ ਰੀਤ ਹੈ, ਇਹ ਅਖੰਡ ਇੱਕ ਰਸ ਚੱਲ ਰਹੀ ਹੈ। ਇਸ ਮਰਿਆਦਾ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ ਹੈ। ਮਹਾਰਾਜ ਕਹਿੰਦੇ ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਸ ਸੰਸਾਰ ਦੀ ਮਰਿਆਦਾ ਨੂੰ ਕੋਈ ਵੀ ਵਿਘਨ ਪਾ ਕੇ ਰੋਕ ਨਹੀਂ ਸਕਦਾ। ਆਪ ਜੀ ਦੀ ਜਿਹੜੀ ਇਹ ਮਰਿਆਦਾ ਹੈ, ਸੰਸਾਰ ਦੀ ਗਤੀ ਚਾਲ ਰਹੁ ਰੀਤੀ ਮਿਤ ਮਰਿਆਦਾ ਅਖੰਡ ਇੱਕ ਰਸ ਚੱਲਦੀ ਪਈ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮੱਤ ਬਖਸ਼ੜੀ ਜੀ। ਅਖੀਰ ਤੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ 20ਵੀਂ ਸਦੀ ਦੇ ਮਹਾਨ ਜਰਨੈਲ, ਮਹਾਨ ਪਰਉਪਕਾਰੀ, ਸੇਵਾ ਸਿਮਰਨ ਦੇ ਪੁੰਜ, ਮਹਾਨ ਹਠੀ ਜਪੀ ਤਪੀ ਤਿਆਗੀ ਵਰਾਗੀ ਬ੍ਰਹਮ ਬੇਤੇ ਮਹਾਂਪੁਰਸ਼ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਤਿੰਨਾਂ ਦੇ ਸਨਮੁਖ ਰਹਿ ਕੇ ਸ਼ਹੀਦੀਆਂ ਪਾਉਣ ਵਾਲੇ ਗੁਰਸਿੱਖ ਗੁਰਮੁਖ ਪਿਆਰੇ, ਖਾਲਸਾ ਰਹਿਤ ਵਿੱਚ ਪਰਪੱਕ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਰਨਲ ਸ਼ਬੇਗ ਸਿੰਘ ਜੀ, ਸ਼੍ਰੀਮਾਨ ਮਹਾਂਪੁਰਸ਼ ਬਾਬਾ ਠਾਰਾ ਸਿੰਘ ਜੀ ਤਥਾ ਉਹਨਾਂ ਦੇ ਸਮੂਹ ਸ਼ਹੀਦ ਸਾਥੀ ਸਿੰਘਾਂ ਦੀ ਯਾਦ ਹਰ ਸਾਲ 6 ਜੂਨ 1984 ਦੀ ਯਾਦ ਘੱਲੂਘਾਰਾ ਦਿਵਸ ਬੜੀ ਚੜ੍ਹਦੀ ਕਲਾ ਦੇ ਨਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਮਨਾਇਆ ਜਾਂਦਾ ਹੈ। ਇਸ ਵਾਰ ਵੀ ਮਹਾਂਪੁਰਸ਼ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਮਨਾ ਰਹੇ ਹਨ। ਆਪ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਜਿਹੜੀਆਂ ਸੰਗਤਾਂ ਨਾ ਪਹੁੰਚ ਸਕਣ ਉਹ ਲਾਈਵ ਇਹਨਾਂ ਸਮਾਗਮਾਂ ਦੇ ਦਰਸ਼ਨ YouTube ਪੇਜਾਂ ਉੱਤੇ, ਸੋਸ਼ਲ ਮੀਡੀਆ ਪੇਜਾਂ ਉੱਤੇ ਦਰਸ਼ਨ ਕਰ ਸਕਦੇ ਹਨ। 1 ਤੋਂ 5 ਜੂਨ ਸ਼ਾਮ ਦੇ ਦੀਵਾਨ ਹੋਣਗੇ 4 ਵਜੇ ਤੋਂ ਲੈ ਕੇ 6 ਵਜੇ ਤੱਕ, ਔਰ 6 ਜੂਨ ਦਾ ਜਿਹੜਾ ਸਮਾਗਮ ਹੈ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਵ ਚੱਲੇਗਾ ਚੈਨਲਾਂ ਉੱਪਰ। ਸਾਰੀਆਂ ਸੰਗਤਾਂ ਨੇ ਇਹ ਬੇਨਤੀ ਪ੍ਰਵਾਨ ਕਰਨੀ ਹੈ। ਸਾਰਾ ਸਮਾਗਮ ਜਿੱਥੇ ਸੋਸ਼ਲ ਮੀਡੀਆ 'ਤੇ ਚੱਲੇਗਾ ਉੱਥੇ ਨਾਲ ਨਾਲ ਦਮਦਮੀ ਟਕਸਾਲ TV ਉੱਪਰ ਸਾਰਾ ਹੀ ਲਾਈਵ ਕੀਤਾ ਜਾਵੇਗਾ। ਇਹ ਬੇਨਤੀ ਵੀ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸੱਚੇ ਪਾਤਸ਼ਾਹ ਮਹਾਂਪੁਰਸ਼ ਕਿਰਪਾ ਕਰਨ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਨਾ ਅਵਗੁਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਆਓ ਹੁਣ ਕਥਾ ਵਿਚਾਰ ਦੀ ਸਮਾਪਤੀ ਕਰੀਏ ਜੀ। ਮਨ ਗਨ ਪਰ ਨਾਮ, ਨਿਰਭੈ ਨਿਰਕਾਮ, ਅਤ ਦੁਤ ਪਰ ਚੰਡ, ਮਿਤ ਗਤ ਅਖੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।